ਜਿੰਨਾ ਕੁ ਅਸੀਂ ਸਿੱਖੇ ਸੀ ਉਹਨਾਂ ਕੁ ਅੱਗੇ ਸਿਖਾਉਣਾ ਸ਼ੁਰੂ ਕੀਤਾ। ਹੁਣ ਵੀ ਸਿੱਖ ਹੀ ਰਹੇ ਅਤੇ ਕਰਦੇ ਕਰਾਉਂਦੇ ਜਦੋਂ ਸਫ਼ਰ ਚੱਲਦਾ ਗਿਆ ਫਿਰ ਹੌਲੀ ਹੌਲੀ ਇਹ ਲੋੜ ਮਹਿਸੂਸ ਹੋਈ ਵੀ ਜਿੰਨਾ ਕੁ ਆਪਣਾ ਕਲਚਰ ਦਾ ਫੀਲਡ ਹੈ ਨਾ ਵਾਂਝਾ ਤਾਂ ਰਹਿ ਜਾਂਦਾ, ਅੱਗੇ ਤਾਂ ਨਹੀਂ ਆ ਪਾਉਂਦਾ ਕਿਉਂਕਿ ਉਹ ਲਿਟਰੇਚਰ ਦੇ ਵਿੱਚ ਨਹੀਂ ਹੈ। ਮੇਰਾ ਥੋੜ੍ਹਾ ਜਿਹਾ ਹੋਰ ਮਾਹੌਲ ਹੈ ਵੀ ਜਿੱਥੇ ਤਾਂ ਲੇਡੀਜ਼ ਦਾ ਚੱਲ ਰਿਹਾ, ਲੇਡੀ ਸੰਗੀਤ ਚੱਲ ਰਿਹਾ, ਜੋ ਕੁਛ ਵੀ ਉਹਨਾਂ ਦੇ ਗੀਤ ਗਾਉਣ ਚੱਲ ਰਹੇ, ਉੱਧਰ ਮੁੰਡੇ ਨਾ ਜਾਣ ਕਿਉਂਕਿ ਉਹ ਇੱਕ ਤਰ੍ਹਾਂ ਦਾ ਉਹਨਾਂ ਦਾ ਅਲੱਗ ਮਾਹੌਲ ਹੈ। ਉਹ ਵੀ ਆਪਣਾ ਅੰਦਰੋਂ ਉਬਾਲਾ ਤਾਂ ਹੀ ਕੱਢਣਗੀਆਂ ਜੇ ਉਹ ਨਿਸੰਗ ਹੋਣਗੇ। ਬਿਲਕੁਲ। ਕਲਾਕਾਰ ਦਾ ਮੈਂ ਇਹ ਸੋਚਦਾ ਹੁੰਦਾ ਵੀ ਜਦੋਂ ਕਲਾਕਾਰ ਨੇ ਇਹ ਸੋਚ ਲਿਆ ਨਾ ਵੀ ਮੈਂ ਕਲਾਕਾਰ ਦੇ ਫੀਲਡ 'ਚ ਐਂਟਰ ਹੋਣਾ, ਉਹ ਉਸੇ ਦਿਨ ਹੀ ਸਕਸੈਸਫੁਲ ਹੋ ਜਾਂਦਾ ਕਿਉਂਕਿ ਆਪਣੇ ਆਪ ਨੂੰ ਤਬਾਹ ਕਰਨਾ ਦੁਨੀਆ ਦੀ ਸਭ ਤੋਂ ਵੱਡੀ ਕਲਾ ਮੰਨੀ ਗਈ। ਰੱਬ ਵੱਲੋਂ ਅਰਦਾਸ ਕਰਦਾ ਵੀ ਮੇਰਾ ਰਿਕਾਰਡ ਟੁੱਟੇ, ਕੋਈ ਨਹੀਂ ਕਹੂਗਾ ਅੱਜ ਤੱਕ, ਬਿਲਕੁਲ, ਬਟ ਟੁੱਟੂਗਾ ਤਾਂ ਜੇ ਇਸ ਆਪਣੇ ਫੋਕ ਡਾਂਸਿਸ ਦੇ ਵਿੱਚ ਕੋਈ ਕੰਮ ਕਰੂ। ਦੇਖੋ ਅੰਦਰੋਂ ਖਾਤਰ ਦੇਖੋ ਡਰ ਹੋਣਾ ਜ਼ਰੂਰੀ ਵੀ ਹੈ ਸਟੇਜ ਤੇ ਜੀ। ਜਦੋਂ ਆਪਾਂ ਰੱਬ ਤੋਂ ਡਰ ਕੇ ਨਹੀਂ ਚੜ੍ਹਦੇ ਨਾ ਉਹਨੇ ਹੀ ਸੁੱਟਦਾ। ਮੈਂ ਤਾਂ ਅੱਜ ਵੀ ਕੋਈ ਗੁਰੂ ਆ ਕੇ ਅੱਗੇ ਬਹਿ ਜੇ ਆਪਾਂ ਉਹ ਸਟੂਡੈਂਟ ਬਣ ਕੇ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਨੈਸ਼ਨਲ ਟੀਵੀ ਦੇਖਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ। ਇੱਕ ਵਾਰ ਅਸੀਂ ਫਿਰ ਹਾਜ਼ਰ ਹੋ ਗਏ ਹਾਂ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਗੱਲ ਪੰਜਾਬ ਦੀ। ਸਤਿ ਸ਼੍ਰੀ ਅਕਾਲ ਪੂਜਾ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਵਧੀਆ, ਚੜ੍ਹਦੀ ਕਲਾ, ਠੀਕ ਠਾਕ। ਪੂਜਾ ਜੀ ਜੀ ਅੱਜ ਜਿਹੜੇ ਮਹਿਮਾਨ ਸਾਡੇ ਵਿਹੜੇ ਵਿੱਚ ਆਏ ਨੇ ਉਹਨਾਂ ਨੂੰ ਆਪਾਂ ਪਹਿਲਾਂ ਵੀ ਮਿਲ ਚੁੱਕੇ ਹਾਂ। ਅੱਛਾ, ਕਦੋਂ? ਹੁਣੇ ਗੱਲ ਮਿਲਾ ਤਾਂ ਗਰਮੀਆਂ ਦੀ ਤਾਂ ਦੂਜੀਆਂ ਗਰਮੀਆਂ ਵੀ ਆ ਚੁੱਕੀਆਂ ਨੇ, ਹੈ ਨਾ? ਤੇ ਗਰਮੀਆਂ 'ਚ ਤਾਂ ਜ਼ਰੂਰ ਮਿਲੇ ਸੀ, ਪਰ ਉਹਨਾਂ ਦਾ ਜਦੋਂ ਅਸੀਂ ਪਹਿਲਾਂ ਇੱਕ ਇੰਟਰਵਿਊ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਰਿਕਾਰਡ ਬਣਾਇਆ ਸੀਗਾ ਤੇ ਉਹ ਰਿਕਾਰਡ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਨਾਲ ਹੀ ਨਾਲ ਉਹਨਾਂ ਦੇ ਭੰਗੜੇ ਦਾ ਸਫ਼ਰ ਕਿੱਦਾਂ ਦਾ ਰਿਹਾ ਆ ਤੇ ਇੱਥੇ ਤੱਕ ਇਸ ਸਟੇਜ ਤੱਕ ਪਹੁੰਚਣ ਦੇ ਵਿੱਚ ਉਹਨਾਂ ਨੂੰ ਕਿੰਨੀ ਕੁ ਸਟਰਗਲ ਕਰਨੀ ਪਈ ਹੈ, ਉਹ ਸਾਰੀਆਂ ਗੱਲਾਂ ਬਾਤਾਂ ਅੱਜ ਉਹਨਾਂ ਦੇ ਨਾਲ ਕਰਾਂਗੇ ਜੀ। ਤੇ ਇੱਕ ਪੜਾ ਉਹਨਾਂ ਦੀ ਜ਼ਿੰਦਗੀ ਦਾ ਹੋਰ ਹੈ ਕਿ ਉਹ ਭੰਗੜੇ ਦੇ ਨਾਲ ਨਾਲ ਰਾਈਟਰ ਵੀ ਨੇ। ਇਹ ਤਾਂ ਬਹੁਤ ਸੋਹਣੀ ਗੱਲ ਹੈ ਨਾ। ਹਾਂ, ਫਿਰ ਆਪਾਂ ਹੁਣ ਬਿਨਾਂ ਦੇਰੀ ਤੋਂ ਉਹਨਾਂ ਦਾ ਸਵਾਗਤ ਕਰ ਲਈਏ ਪਹਿਲਾਂ। ਬਿਲਕੁਲ। ਸਾਡੇ ਸਟੂਡੀਓ ਵਿੱਚ ਮੌਜੂਦ ਨੇ ਅਰਸ਼ਦੀਪ ਸਿੰਘ ਬੈਂਸ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਪਹਿਲਾਂ ਤਾਂ ਇਹ ਦੱਸੋ ਮੋਹਾਲੀ ਤੋਂ ਜਲੰਧਰ ਤੱਕ ਦਾ ਸਫ਼ਰ ਕਿਵੇਂ ਰਿਹਾ? ਗੱਲਾਂ 'ਚ ਹੀ ਨਿਕਲ ਗਈ ਬਸ, ਇਕੱਲਿਆਂ ਦੇ ਨਾਲ ਹੀ ਕੰਮਕਾਰ ਬਸ ਹੁਣ ਫੋਨ ਤੇ ਜ਼ਿਆਦਾ ਹੈ। ਵਰਕ ਫਰੋਮ ਹੋਮ ਚੱਲ ਰਿਹਾ, ਉਹਦੇ ਕਰਕੇ ਫੋਨ ਤੇ ਹੀ ਰਹੀਦਾ। ਅੱਛਾ ਜੀ। ਬਸ ਬਾਕੀ ਤੁਹਾਡੀ ਖਿੱਚ ਜਲੰਧਰ ਵਾਲਿਆਂ ਦੀ ਆ ਗਈ, ਦੁਆਬੇ ਵਾਲੇ ਨੇ ਖਿੱਚ ਲਿਆ ਤੇ ਬਸ ਬਾਕੀ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਸਾਰੇ ਦਰਸ਼ਕਾਂ ਦੀ ਖਿੱਚ ਨੇ ਇੱਥੇ ਪਹੁੰਚ ਗਈ। ਕੀ ਬਾਤ, ਕੀ ਬਾਤ। ਸੋ ਹੁਣ ਗੱਲਬਾਤ ਕਰਦੇ ਹਾਂ ਤੁਹਾਡੇ ਕਰੀਅਰ ਦੇ ਬਾਰੇ ਕਿ ਇੱਥੇ ਤੱਕ ਪਹੁੰਚਣ ਦਾ ਸਫ਼ਰ ਜਿਹੜਾ ਆ ਉਹ ਕਿਵੇਂ ਦਾ ਰਿਹਾ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਬਚਪਨ ਦੀ, ਕਿ ਬਚਪਨ ਦੇ ਵਿੱਚ ਤੁਸੀਂ ਸੋਚਿਆ ਸੀ ਕਿ ਮੈਂ ਵੱਡੇ ਹੋ ਕੇ ਭੰਗੜਾ ਹੀ ਪਾਉਣਾ ਹੈ ਜਾਂ ਫਿਰ ਕੋਈ ਹੋਰ ਚੀਜ਼ ਸੋਚੀ ਸੀ? ਬਚਪਨ 'ਚ ਪਹਿਲਾਂ ਤਾਂ ਇਹ ਗੁੜਤੀ ਘਰੋਂ ਹੀ ਹੈ। ਮਦਰ ਮੇਰੇ ਫੋਕ ਡਾਂਸਿਸ ਦੀ ਕੋਚ ਹੈ, ਗਿੱਧੇ ਦੇ ਕੋਚ ਹੈ ਪਿਛਲੇ 30-35 ਸਾਲਾਂ ਤੋਂ, ਅਤੇ ਮੇਰੇ ਫਾਦਰ ਸਾਹਿਬ ਵੀ ਕਾਲਜ ਟਾਈਮ ਦੇ ਵਿੱਚ ਭੰਗੜੇ ਦੇ ਨਾਲ ਜੁੜੇ ਰਹੇ ਹੈ, ਵੈਸੇ ਮੈਡੀਕਲ ਬੈਕਗਰਾਊਂਡ ਤੋਂ ਹੈ। ਅਤੇ ਜਦੋਂ ਬਚਪਨ ਦੀ ਗੱਲ ਕਰਾਂ ਉਦੋਂ ਮੈਂ 5 ਸਾਲ ਦਾ ਸੀਗਾ, ਜਿੱਥੇ ਅੱਜ ਵੀ ਦੁਨੀਆ ਤਰਸਦੀ ਹੈ ਉਸ ਸਟੇਜ 'ਤੇ ਪਰਫਾਰਮ ਕਰਨ ਨੂੰ। ਨਾਰਥ ਜ਼ੋਨ ਕਲਚਰ ਸੈਂਟਰ ਦੀ, ਨਾਰਥ NZCC ਦੀ, ਮੈਂ ਉੱਥੇ ਪਰਫਾਰਮ ਕੀਤਾ ਸੀ ਸਭ ਤੋਂ ਪਹਿਲੀ ਵਾਰੀ। ਅਤੇ ਮੈਨੂੰ ਪਰਫਾਰਮ ਕਰਵਾਇਆ ਸੀਗਾ ਆਪਣੇ ਉਸਤਾਦ ਮਾਲੀ ਰਾਮ ਜੀ ਨੇ, ਚੰਡੀਗੜ੍ਹ ਦੇ ਨੇ, ਅਮਰੀਕਾ 'ਚ। ਅਤੇ ਉਸ ਟਾਈਮ ਮੈਨੂੰ ਪਹਿਲੀ ਵਾਰ ਸਟੇਜ 'ਤੇ ਢੋਲ 'ਤੇ ਭੰਗੜਾ ਉਹਨਾਂ ਨੇ ਪਵਾਇਆ। ਬਸ ਉੱਥੋਂ ਕਹਿ ਲਓ ਵੀ ਇੱਕ ਚਿਣਕ ਜੀ ਲੱਗ ਗਈ। ਉਸ ਤੋਂ ਬਾਅਦ ਚਲੋ ਸਫ਼ਰ ਚੱਲਦਾ ਗਿਆ ਹੈ ਨਾ, ਸਕੂਲ ਟਾਈਮ, ਕਾਲਜ ਟਾਈਮ ਦਾ ਚੱਲਿਆ, ਫਿਰ ਯੂਨੀਵਰਸਿਟੀ ਲੈਵਲ 'ਤੇ ਆ ਗਏ, ਫਿਰ ਹੌਲੀ ਹੌਲੀ ਕੋਚਿੰਗ ਦੇ ਵਿੱਚ ਆ ਗਏ, ਨਾਲ ਦੀ ਨਾਲ ਪੈਰਲਰ ਉਹਦੇ ਬਾਹਰਲੇ ਟੂਰ ਹੈ ਨਾ, ਆਪਣੇ ਪੰਜਾਬੀ ਫੋਕ ਡਾਂਸਿਸ ਨੂੰ ਇੰਟਰਨੈਸ਼ਨਲ ਪੱਧਰ 'ਤੇ ਰਿਪਰੈਜ਼ੈਂਟ ਕਰਨਾ। ਹੌਲੀ ਹੌਲੀ ਫਿਰ ਇਹਦੇ ਵਿੱਚ ਰਿਸਰਚ ਸ਼ੁਰੂ ਹੋ ਗਈ, ਫਿਰ ਹੌਲੀ ਹੌਲੀ ਹੋਰ ਅੱਗੇ ਕਰ ਰਹੇ ਹਾਂ ਵੀ ਹੋਰ ਇਹਨੂੰ ਕਿਵੇਂ ਇੰਟਰਨੈਸ਼ਨਲ ਲੈਵਲ 'ਤੇ ਹੋਰ ਡਾਂਸਿਸ ਦੇ ਨਾਲ, ਵਰਲਡ ਲੈਵਲ ਦੇ ਨਾਲ ਕਿਵੇਂ ਉਹਦੇ ਨਾਲ ਬਰਾਬਰ ਖੜਾ ਸਕੀ। ਜੀ ਇਹ ਸਾਰੀਆਂ ਗੱਲਾਂ ਆਪਾਂ ਹੌਲੀ ਹੌਲੀ ਕਰਾਂਗੇ, ਇੱਕੋ ਦਮ ਸਾਰੀਆਂ ਨਹੀਂ ਕਰਦੇ। ਮੈਨੂੰ ਐਂ ਲੱਗਾ ਗੱਲਾਂ ਬਾਤ ਹੋ ਗਿਆ, ਹੁਣ ਚੱਲੀਏ, ਇੰਨੇ ਕਾਲੇ ਨਾ ਹੋਵੋ। ਕੋਈ ਚੱਕਰ ਨਹੀਂ। ਸੋ ਆਪਾਂ ਬਚਪਨ ਦੀ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਦੱਸਿਆ ਕਿ 5 ਸਾਲ ਦੀ ਉਮਰ ਦੇ ਵਿੱਚ ਤੁਸੀਂ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਤਾਂ ਇੱਕ ਸਟੇਜ ਤੇ ਪਹੁੰਚਣ ਦਾ ਸੀ ਨਾ, ਵੀ 5 ਸਾਲ ਦੀ ਉਮਰ 'ਚ ਤੁਸੀਂ ਉੱਥੇ ਪਹੁੰਚੇ ਸੀ। ਉਸ ਤੋਂ ਪਹਿਲਾਂ ਘਰ ਦੇ ਵਿੱਚ ਭੰਗੜਾ ਪਾਉਂਦੇ ਸੀ ਜਾਂ ਫਿਰ ਸਕੂਲ ਦੇ ਵਿੱਚ ਕੰਪੀਟੀਸ਼ਨਸ ਦੇ ਵਿੱਚ ਕਦੇ? ਨਹੀਂ, ਮੈਨੂੰ ਮਾਹੌਲ ਦਾ ਮੈਨੂੰ ਯਾਦ ਹੈ, ਜਦੋਂ ਮੈਂ ਇਹ ਛੋਟਾ ਸੀ ਉਦੋਂ ਨਹੀਂ ਹੁੰਦੀ, ਪਹਿਲੇ 2-3 ਸਾਲਾਂ 'ਚ ਸੋਝੀ, ਮੈਂ ਆਪਣੇ ਨਾਨਾ ਜੀ ਦੇ ਬਹੁਤ ਕਲੋਜ਼ ਸੀਗਾ। ਅਤੇ
ਹੀ ਐਕਸਪਾਇਰਡ। ਸੋ ਮੈਨੂੰ ਯਾਦ ਹੈ, ਘਰ ਦੇ ਦੱਸਦੇ ਹੁੰਦੇ ਵੀ ਜਦੋਂ ਇਹ ਛੋਟਾ ਜਿਹਾ ਸੀ ਨਾ, ਜਦੋਂ ਵੀ ਕੁਝ ਨਿਊਜ਼ ਆਣੀ ਜਾਂ ਕੁਝ ਵੀ ਹੈ ਨਾ ਗਾਣਾ ਲੱਗਣਾ, ਉਹ ਨਾਨਾ ਜੀ ਕਹਿੰਦੇ ਹੁੰਦੇ ਸੀ ਵੀ ਜਸਵੀਰ ਇਹ ਨਾ ਰਿਦਮ ਦੇ ਵਿੱਚ ਬਹੁਤ ਹੈ। ਹੁੰਦਾ ਹੈ ਬੱਚੇ ਦਾ ਪਤਾ ਲੱਗ ਜਾਂਦਾ ਵੀ ਰਿਦਮ ਦੇ ਵਿੱਚ ਬਹੁਤ ਹੈ, ਵੀ ਇਹ ਕੁਛ ਨਾ ਕੁਛ ਇਹ ਆਰਟਿਸਟਿਕ ਫੀਲਡ ਦੇ ਨਾਲ ਰਹੂਗਾ। ਤੇ ਚਲੋ ਉਹਨਾਂ ਦੀ ਕਹੀ ਗੱਲ ਪਤਾ ਨਹੀਂ ਸਿਰੇ ਚੜ ਗਈ ਹੈ ਨਾ, ਕੀ ਹੋਇਆ ਉਸ ਤੋਂ ਬਾਅਦ ਹੌਲੀ ਹੌਲੀ ਘਰ ਦੇ ਵਿੱਚ ਤਾਂ ਦੇਖੋ ਕਲਚਰ ਦਾ ਮਾਹੌਲ ਹੁਣ ਵੀ ਹੈ, ਸ਼ੁਰੂ ਤੋਂ ਹੀ ਸੀਗਾ, ਤੇ ਉਵੇਂ ਚੱਲੀ ਗਿਆ। ਜੋ ਚੀਜ਼ ਬੱਚਾ ਦੇਖਦਾ ਉਹੀ ਸਿੱਖਦਾ ਹੈ ਨਾ। ਫਿਰ ਹੌਲੀ ਹੌਲੀ ਮਾਲੀ ਰਾਮ ਜੀ ਕੋਲ ਸਿੱਖਣਾ ਸ਼ੁਰੂ ਕੀਤਾ, ਉਹਨਾਂ ਨੇ ਸਿਖਾਇਆ, ਸਟੇਜ ਤੇ ਲੈ ਕੇ ਗਏ। ਫਿਰ ਹੌਲੀ ਹੌਲੀ ਸਕੂਲ ਲੈਵਲ ਦੇ ਵਿੱਚ ਪਰਫਾਰਮ ਕਰਨਾ ਸ਼ੁਰੂ ਕੀਤਾ, ਤੇ ਮੇਰੀ ਸਕੂਲਿੰਗ ਚੰਡੀਗੜ੍ਹ ਤੋਂ ਹੀ ਹੈ, ਤੇ ਨਾਲ ਨਾਲ ਮੈਂ ਪਰਫਾਰਮ ਉੱਥੇ ਸ਼ੁਰੂ ਕੀਤਾ। ਫਿਰ ਹੌਲੀ ਹੌਲੀ ਮੰਮਾ ਤੋਂ ਹੋਰ ਚੀਜ਼ਾਂ ਸਿੱਖਣੀਆਂ, ਮਾਲੀ ਰਾਮ ਉਸਤਾਦ ਜੀ ਤੋਂ ਸਿੱਖਣੀਆਂ, ਕਿਉਂਕਿ ਮਾਲੀ ਰਾਮ ਜੀ ਦਾ ਮੈਂ ਇਹ ਦੇਖਿਆ ਵੀ ਇੱਕ ਤਾਂ ਉਸ ਟਾਈਮ ਦੇ ਵਿੱਚ ਜਿਹੜੇ ਡਰਮਰ ਸੀਗੇ ਇੰਨੇ ਐਜੂਕੇਟਿਡ ਨਹੀਂ ਸੀ ਹੈ ਨਾ, ਤੇ ਉਹ ਪੂਰੇ ਪੰਜਾਬ 'ਚ ਐਜੂਕੇਟਿਡ ਡਰਮਰ ਸੀ। ਉਸ ਚੀਜ਼ ਕਰਕੇ ਉਹ ਉਹਨਾਂ ਦਾ ਲੈਵਲ ਵੀ ਕੁਝ ਥੋੜ੍ਹਾ ਜਿਹਾ ਡਿਫਰੈਂਟ ਇੰਟਰਨੈਸ਼ਨਲ ਤੋਂ ਜ਼ਿਆਦਾ ਸੀਗੇ। ਨੋ ਡਾਊਟ ਪੰਜਾਬ ਦੇ ਜਿੰਨੇ ਵੀ ਡਰਮਰ ਸਾਰੇ ਵਧੀਆ ਹੁਣ, ਬਟ ਉਹ ਐਜੂਕੇਸ਼ਨ ਪਾਸੇ ਥੋੜ੍ਹਾ ਜਿਹਾ ਆ ਗਏ, ਤੇ ਉਹਦੇ ਕਰਕੇ ਉਹ ਹੋਰ ਪਾਸੇ ਨਿਕਲ ਗਏ। ਸੋ ਉਹਨਾਂ ਨੇ ਮੈਨੂੰ ਉਹ ਪਾਸੇ ਵੀ ਜੋੜੀ ਰੱਖਿਆ ਵੀ ਬੱਚੇ ਪੜ੍ਹਾਈ ਵੀ ਨਹੀਂ ਛੱਡਣੀ ਤੇ ਆਪਾਂ ਇੱਧਰ ਵੀ ਆਉਣੀ ਆ। ਫਿਰ ਹੌਲੀ ਹੌਲੀ ਸਕੂਲਾਂ 'ਚੋਂ ਨਿਕਲੇ, ਤੇ ਫਿਰ ਕਾਲਜਾਂ ਦੇ ਵਿੱਚ ਮੇਰੇ ਫਿਰ ਹੁਣ ਫਾਦਰ ਦੀ ਮੈਡੀਕਲ ਬੈਕਗਰਾਊਂਡ ਹੋਣ ਕਰਕੇ ਕਿਤੇ ਨਾ ਕਿਤੇ ਮੇਰੇ 'ਚ ਵੀ ਸੀਗੀ ਚੀਜ਼ ਹੈ ਨਾ, ਜੀਨਸ 'ਚ, ਤੇ ਮੇਰੀ ਮੈਡੀਕਲ ਠੀਕ ਸੀ, ਫਿਰ ਫਾਰਮੇਸੀ ਕੀਤੀ। ਅੱਛਾ ਜੀ। ਹਾਂ, ਫਿਰ ਮੈਡੀਕਲ ਬੈਕਗਰਾਊਂਡ ਰਹੀ ਤੇ ਉੱਧਰ ਕਰਦੇ ਰਹੇ। ਫਿਰ ਉਹਦੇ ਵਿੱਚ ਥੋੜ੍ਹੀ ਕੁ ਦੇਰ ਮੈਂ ਕੰਮ ਵੀ ਕੀਤਾ ਐਜ਼ ਅ ਫਾਰਮਾਸਿਸਟ, ਤੇ ਲੱਗਿਆ ਵੀ ਮੈਂ ਕੁਝ ਗਲਤ ਟਰੈਕ ਤੇ ਹਾਂ। ਅੱਛਾ। ਵੀ ਉਹ ਅੰਦਰੋਂ ਉਹ ਖੁਸ਼ੀ ਨਹੀਂ ਮਿਲ ਰਹੀ ਕੰਮ ਕਰਕੇ, ਠੀਕ ਹੈ ਚਲੋ ਅਰਨਿੰਗ ਵਧੀਆ ਹੈ, ਬਟ ਹੈ ਨਾ, ਲੇਕਿਨ ਉਹ ਹੁੰਦਾ ਅੰਦਰੋਂ ਵੀ, ਉਹ ਹੋਣਾ ਚਾਹੀਦਾ ਇੱਕ ਐਕਸਪੈਕਟਰ ਜਿਹਾ ਹੁੰਦਾ ਵੀ ਹਾਂ ਇਹ ਚੀਜ਼ ਹੈ, ਬਟ ਉਹ ਚੀਜ਼ ਨਹੀਂ ਸੀ। ਫਿਰ ਹੌਲੀ ਹੌਲੀ ਇੱਕ ਵਾਰੀ ਮੈਂ ਨਾ ਫਾਰਮ ਭਰੇ ਪੰਜਾਬ ਯੂਨੀਵਰਸਿਟੀ ਦੇ ਜਰਨਲਿਜ਼ਮ ਦੇ, ਮੈਂ ਦੇਖਦਾ ਵੀ ਯਾਰ ਇੱਧਰ ਨੂੰ ਪੰਗਾ ਲੈ ਕੇ ਦੇਖ ਰਿਹਾ ਹੈਗਾ। ਉਹ ਫਾਰਮ ਭਰੇ, ਹਜੇ ਮੈਂ ਫਾਰਮ ਭਰ ਕੇ ਆਇਆ ਹੀ ਹਾਂ, ਘਰੇ ਆਉਂਦੇ ਨੂੰ ਨਿਊਜ਼ਪੇਪਰ ਚੱਕਿਆ, ਤੇ ਉੱਥੇ ਦੇਖਿਆ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਫੋਕ ਡਾਂਸਿਸ ਦਾ ਕੋਰਸ ਸ਼ੁਰੂ ਹੋ ਗਿਆ। ਅੱਛਾ ਜੀ। ਮੈਂ ਕਿਹਾ ਵੀ ਛੱਡੋ ਪੰਜਾਬੀ ਯੂਨੀਵਰਸਿਟੀ, ਹੁਣ ਪੰਜਾਬੀ ਚੱਲਦੀ। ਤੇ ਉੱਥੇ ਗਏ, ਫਿਰ ਉੱਥੇ ਪੰਜਾਬੀ ਯੂਨੀਵਰਸਿਟੀ ਵਾਲੇ ਜਿੰਨੇ ਵੀ ਹੋਰ ਸੀਗੇ ਹੈ ਨਾ, ਤੇ ਉੱਥੇ ਜਾ ਕੇ ਸਿੱਖਿਆ ਉਹਨਾਂ ਤੋਂ, ਜਿੰਨੇ ਵੀ ਗੁਰੂ ਸੀਗੇ। ਸਭ ਤੋਂ ਜ਼ਿਆਦਾ ਮੈਂ ਸਿੱਖਿਆ ਡਾਕਟਰ ਡੇਜ਼ੀ ਵਾਲੀਆ ਤੋਂ, ਜਿਹੜੇ ਮਤਲਬ ਜਿਨ੍ਹਾਂ ਨੇ ਡਾਂਸ ਡਿਪਾਰਟਮੈਂਟ ਉੱਥੇ ਸਿਰਜਿਆ, ਉਹਨਾਂ ਨੀਂਹ ਪੱਥਰ ਇੱਕ ਤਰ੍ਹਾਂ ਦਾ ਉਹਨਾਂ ਦਾ ਕਹਿ ਸਕਦੇ। ਤੇ ਉਹਨਾਂ ਤੋਂ ਸਿੱਖਦੇ ਗਏ, ਹੋਰ ਵੀ ਕਿੰਨੇ ਸੀਗੇ ਉੱਥੇ ਹੈ ਨਾ, ਬਲਕਰਨ ਬਰਾੜ ਜੀ ਹੋ ਗਏ, ਵਿੰਪੀ ਹੋ ਗਏ, ਡਾਕਟਰ ਇੰਦਰਾ ਬਾਲੀ ਹੋ ਗਏ, ਬਹੁਤ ਹੈ ਜੀ ਉੱਥੇ। ਉਹਨਾਂ ਤੋਂ ਸਿੱਖਦੇ ਗਏ, ਤੇ ਹੌਲੀ ਹੌਲੀ ਉੱਥੋਂ ਨਿਕਲੇ, ਹੌਲੀ ਹੌਲੀ ਕਾਲਜਾਂ ਦੇ ਵਿੱਚ ਕੋਚਿੰਗ ਦੇਣੀ ਸ਼ੁਰੂ ਕੀਤੀ। ਜਿੰਨਾ ਕੁ ਅਸੀਂ ਸਿੱਖੇ ਸੀ ਉਹਨਾਂ ਕੁ ਅੱਗੇ ਸਿਖਾਉਣਾ ਸ਼ੁਰੂ ਕੀਤਾ, ਹੁਣ ਵੀ ਸਿੱਖ ਹੀ ਰਹੇ। ਤੇ ਕਰਦੇ ਕਰਾਉਂਦੇ ਜਦੋਂ ਸਫ਼ਰ ਚੱਲਦਾ ਗਿਆ, ਫਿਰ ਹੌਲੀ ਹੌਲੀ ਇਹ ਲੋੜ ਮਹਿਸੂਸ ਹੋਈ ਵੀ ਜਿੰਨਾ ਕੁ ਆਪਣਾ ਕਲਚਰ ਦਾ ਫੀਲਡ ਹੈ ਨਾ, ਵਾਂਝਾ ਤਾਂ ਰਹਿ ਜਾਂਦਾ, ਅੱਗੇ ਤਾਂ ਨਹੀਂ ਆ ਪਾਉਂਦਾ ਕਿਉਂਕਿ ਉਹ ਲਿਟਰੇਚਰ ਦੇ ਵਿੱਚ ਨਹੀਂ ਹੈ। ਫਿਰ ਉਸ ਟਾਈਮ ਮੈਨੂੰ ਲੋੜ ਮਹਿਸੂਸ ਹੋਈ ਵੀ ਇਹਨੂੰ ਲਿਟਰੇਚਰ ਤੇ ਲੈ ਕੇ ਆਉਣਾ ਜ਼ਰੂਰੀ ਹੈ। ਫਿਰ ਮਦਰ ਉਹ ਟਾਈਮਾਂ ਦੇ ਵਿੱਚ ਲਿਟਰੇਚਰ ਤੇ ਆਲਰੇਡੀ ਕੰਮ ਕਰ ਰਹੇ ਸੀ, ਉਹਨਾਂ ਦੀ ਬੁੱਕਸ ਦਾ ਕੰਮ ਚੱਲ ਰਿਹਾ ਸੀ, ਥੋੜੇ ਜਰਨਲ ਚੱਲ ਰਹੇ ਸੀਗੇ। ਉਸ ਟਾਈਮ ਮੈਨੂੰ ਵੀ ਲੱਗਿਆ, ਫਿਰ ਉਹਨਾਂ ਤੋਂ ਐਡਵਾਈਸ ਲੈ ਕੇ ਫਿਰ ਹੌਲੀ ਹੌਲੀ ਕੰਮ ਸ਼ੁਰੂ ਕੀਤਾ। ਨਹੀਂ, ਕਿਤਾਬ ਦੀ ਗੱਲ ਵੀ ਆਪਾਂ ਕਰਾਂਗੇ, ਪਰ ਇੱਥੇ ਮੈਂ ਇੱਕ ਬਚਪਨ ਦੀ ਗੱਲ ਕਰਨੀ ਚਾਹੁੰਦਾ। ਬਚਪਨ ਵਿੱਚ ਕਿਹੜੀ ਕਲਾਸ ਦੇ ਵਿੱਚ ਤੁਸੀਂ ਭੰਗੜੇ 'ਚ ਸਿਲੈਕਟ ਹੋਏ? ਟੀਚਰਾਂ ਨੇ ਦੇਖ ਕੇ ਸਿਲੈਕਟ ਕੀਤਾ ਜਾਂ ਕੋਈ ਇੱਥੇ ਫੰਕਸ਼ਨ ਸੀ, ਤੁਸੀਂ ਆਪ ਗਏ ਸੀ? ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਿਆ ਵੀ 5 ਸਾਲ ਦਾ ਬੱਚਾ ਕਿੰਨਾ ਕੁ ਹੁੰਦਾ ਜੀ, ਪਹਿਲੀ ਦੂਜੀ ਕਲਾਸ 'ਚ ਹੀ ਹੁੰਦਾ। ਤੇ ਉਸ ਟਾਈਮ ਘਰੋਂ ਹੀ ਸੀਗਾ, ਹਜੇ ਸਕੂਲ 'ਚ ਇੰਨਾ ਨਹੀਂ ਸੀ ਪਤਾ, ਘਰੋਂ ਮਾਹੌਲ ਸੀ। ਮੈਨੂੰ ਯਾਦ ਹੈ ਉਸ ਟਾਈਮ ਇੱਕ ਮੰਮਾ ਉਹਨਾਂ ਨੇ ਇੱਕ ਫੰਕਸ਼ਨ ਕਰਵਾਇਆ ਸੀਗਾ ਨਾਰਥ ਸਿਓਨ ਦੇ ਵਿੱਚ, ਤੇ ਅਸੀਂ ਇੱਕ ਟੂਰ ਵੀ ਲੈ ਕੇ ਗਏ ਸੀ ਇੰਦੌਰ ਦਾ ਉਸ ਟਾਈਮ, ਨਾਰਥ ਸਿਓਨ ਵੱਲੋਂ ਹੀ। ਤੇ ਉੱਥੇ ਮੈਨੂੰ ਪਹਿਲੀ ਵਾਰੀ ਪਰਫਾਰਮ ਕਰਾਇਆ ਸੀ, ਜਿੱਥੇ ਮੈਂ ਤੁਹਾਨੂੰ ਦੱਸਿਆ ਮਾਲੀ ਰਾਮ ਜੀ ਵਾਲਾ। ਹੁਣ ਉੱਥੇ ਪਹਿਲਾਂ ਘਰੋਂ ਹੀ ਚੱਲਿਆ ਮਾਹੌਲ, ਪਹਿਲਾਂ ਉਸਤਾਦਾਂ ਕੋਲ ਹੀ ਸਿੱਖਿਆ, ਫਿਰ ਹੌਲੀ ਜਾ ਕੇ ਸਕੂਲ ਦੇ ਵਿੱਚ ਤਾਂ ਮਤਲਬ ਲੱਗਦਾ 5ਵੀਂ 6ਵੀਂ ਦੇ ਵਿੱਚ ਜਾ ਕੇ ਪਤਾ ਲੱਗਿਆ ਉਹਨਾਂ ਨੂੰ ਵੀ ਅੱਛਾ ਇਹ ਇੱਧਰ ਨੂੰ ਵੀ ਹੈਗਾ। ਅੱਛਾ। ਕਿਉਂਕਿ ਮੈਂ ਛੋਟੇ ਹੁੰਦੇ ਬਹੁਤ ਸ਼ਾਈ ਸੀ, ਮਤਲਬ ਆਪਣੇ ਆਪ 'ਚ ਬਸ ਠੀਕ ਹੈ। ਸਟੇਜ ਤੇ ਕੁਝ ਹੋਰ ਹੁੰਦਾ ਆਰਟਿਸਟ, ਪਰਸਨਲ ਲਾਈਫ 'ਚ ਕੁਝ ਹੋਰ ਹੁੰਦਾ। ਸਟੇਜ ਤੇ ਆ ਕੇ ਓਨਾ ਹੀ ਖੁੱਲ ਜਾਈਦਾ ਸੀ, ਸਟੇਜ ਤੇ ਆਫ ਸਟੇਜ ਅਸੀਂ ਓਨਾ ਕਿ ਚੁੱਪ ਰਹਿੰਦਾ ਸੀ, ਉਹ ਚੀਜ਼ ਸੀ। ਤੇ ਭੰਗੜੇ ਦੀ ਜਿਹੜੀ ਸ਼ੁਰੂਆਤ ਹੈ ਉਹ ਢੋਲ ਤੋਂ ਹੀ ਤੁਸੀਂ ਕੀਤੀ ਜਾਂ ਗਾਣਿਆਂ ਤੇ? ਢੋਲ ਤੋਂ ਹੀ, ਅੱਜ ਤੱਕ ਢੋਲ ਤੇ ਹੀ ਰਹੀ ਹੈ, ਢੋਲ ਤੇ ਹੀ ਰਹੂਗੀ। ਵਾਹ। ਹਾਂ, ਕਿਉਂਕਿ ਜਿਹੜੀ ਗੁੜਤੀ ਮਿਲੀ ਹੈ ਹੁਣ ਉਹ ਢੋਲ ਤੋਂ ਮਿਲੀ ਹੈ। ਸੋ ਮੈਂ ਦੇਖਿਆ ਵੀ ਹੁਣ ਇੱਕ ਦੋ ਵਾਰੀ ਟਰਾਈ ਕੀਤੀ ਵੀ ਚਲੋ ਜਿਵੇਂ ਹੁੰਦੇ ਹੈ ਕਿਸੇ ਨਾਲ ਵੈਸੇ ਪੰਗੇ, ਬਟ ਉਹ ਨਹੀਂ, ਸਵਾਦ ਨਹੀਂ ਆਉਂਦਾ। ਪਰ ਜਦੋਂ ਕਿਤੇ ਫੰਕਸ਼ਨ 'ਚ ਜਾਂਦੇ ਹੋ, ਵਿਆਹ ਸ਼ਾਦੀ 'ਚ ਜਾਂਦੇ ਹੋ, ਉੱਥੇ ਤਾਂ ਫਿਰ ਗਾਣੇ ਤੇ ਹੀ ਭੰਗੜਾ ਪਾਉਣਾ ਪੈਂਦਾ। ਉੱਥੇ ਹੁੰਦਾ ਵੀ ਜਦੋਂ ਦਾ ਕਿਸੇ ਭੰਗੜੇ ਵਾਲੇ ਸਾਡੇ ਯਾਰ ਦੋਸਤ ਦਾ ਵਿਆਹ ਹੋਵੇ, ਫਿਰ ਤਾਂ ਢੋਲੀ ਆਇਆ ਹੁੰਦਾ, ਫਿਰ ਉੱਥੇ ਗਾਣੇ ਨਹੀਂ ਲੱਗਦੇ। ਅੱਛਾ।
ਠੀਕ ਹੈ ਨਾ। ਫਿਰ ਕਿਉਂਕਿ ਮੇਰਾ ਥੋੜਾ ਜਿਹਾ ਹੋਰ ਮਾਹੌਲ ਹੈ ਵੀ ਜਿੱਥੇ ਤਾਂ ਲੇਡੀਜ਼ ਦਾ ਚੱਲ ਰਿਹਾ, ਲੇਡੀ ਸੰਗੀਤ ਚੱਲ ਰਿਹਾ, ਜੋ ਕੁਝ ਵੀ ਉਹਨਾਂ ਦੇ ਗੀਤ ਗਾਉਣ ਚੱਲ ਰਹੇ, ਉਧਰ ਮੁੰਡੇ ਨਾ ਜਾਣ, ਕਿਉਂਕਿ ਉਹ ਇੱਕ ਤਰ੍ਹਾਂ ਦਾ ਉਹਨਾਂ ਦਾ ਅਲੱਗ ਮਾਹੌਲ ਹੈ। ਉਹ ਵੀ ਆਪਣਾ ਅੰਦਰੋਂ ਉਬਾਲਾ ਤਾਂ ਹੀ ਕੱਢਣਗੀਆਂ ਜੇ ਉਹ ਨਿਸੰਗ ਹੋਣਗੇ। ਬਿਲਕੁਲ। ਜਦੋਂ ਅਸੀਂ ਉੱਥੇ ਮੁੰਡੇ ਵਿੱਚ ਬੈਠੇ ਰਹਾਂਗੇ ਉਹ ਨਹੀਂ ਖੁੱਲਣਗੇ। ਠੀਕ ਹੈ, ਬਾਕੀ ਮੁੰਡਿਆਂ ਵਾਲਾ ਇੱਕ ਅਸੀਂ ਪਾਸਾ ਰੱਖ, ਸਾਡੀਆਂ ਬੋਲੀਆਂ ਲੱਗ ਚੱਲਦੀਆਂ, ਭੰਗੜਾ ਲੱਗ ਚੱਲਦਾ ਹੈ, ਉਹ ਅਸੀਂ ਢੋਲ ਤੇ ਜ਼ਿਆਦਾ ਰੱਖੀਦਾ। ਬਾਕੀ ਚਲੋ ਇਹ ਵੀ ਹੁਣ ਹਰੇਕ ਥਾਂ ਢੋਲ ਨਹੀਂ ਹੁੰਦਾ, ਹੈ ਨਾ। ਉਹ ਇੱਕ ਖੁੱਲਾ ਮਾਹੌਲ ਹੈ ਜੀ। ਮਾਹੌਲ ਜੇ ਆਪਾਂ ਗੱਲ ਕਰੀਏ ਗਾਣਿਆਂ ਦਾ ਵੀ ਗਲਤ ਨਹੀਂ ਹੈ, ਢੋਲ ਵਾਲਾ ਵੀ, ਪਰ ਜ਼ਿਆਦਾ ਮਜ਼ਾ ਕਿਹੜੇ ਵਿੱਚ ਆ? ਢੋਲ ਤੇ ਹੀ ਹੈ ਜੀ। ਕਿਉਂਕਿ ਜੋ ਦੇਖੋ ਆਪਾਂ ਨਾਚ ਦੀ ਗੱਲ ਕਰ ਰਹੇ ਹਾਂ, ਨਾਚ ਬਣਤਰ, ਐਕਸ਼ਨ ਦੀ ਬਣਤਰ ਹੈ, ਹਰੇਕ ਦੀ ਇੱਕ ਅਲੱਗ-ਅਲੱਗ ਹੈ ਤਾਲ ਦੇ ਹਿਸਾਬ ਨਾਲ। ਤਾਲ ਦੇ ਹਿਸਾਬ ਨਾਲ। ਹੁਣ ਉਹਦੇ 'ਚ ਜੋ ਢੋਲ ਦੀ ਤਾਲ ਵੱਜੂਗੀ ਉਹਦੇ ਤੇ ਹੀ ਆਪਾਂ ਨੱਚਾਂਗੇ। ਬਿਲਕੁਲ। ਬਟ ਇੱਕ ਗਾਣੇ ਤੇ ਤਾਂ ਇੱਕ ਸਿੱਧਾ ਇੱਕ ਪੈਰਲਲ ਲੈਵਲ ਬੰਨਿਆ ਹੁੰਦਾ, ਉਹਨਾਂ ਨੇ ਟੈਂਪੋ ਇੱਕ ਸੇਮ ਰੱਖਿਆ ਹੁੰਦਾ। ਉਹ ਸਾਰੇ ਸਟੈਪ ਜਿਨ੍ਹਾਂ ਦੀ ਹਰੇਕ ਦੀ ਅਲੱਗ-ਅਲੱਗ ਬਣਤਰ ਆਪਾਂ ਇੱਕੋ ਲੈਵਲ ਤੇ ਕਰਤੇ ਤਾਂ ਉਹਦੀ ਅਸਲੀ ਚੀਜ਼ ਤਾਂ ਖਤਮ ਹੀ ਹੋ ਗਈ। ਕੋਈ ਸਕੂਲ ਟਾਈਮ ਦਾ ਕਿੱਸਾ ਤੁਹਾਨੂੰ ਯਾਦ ਹੋਵੇ ਭੰਗੜੇ ਦੇ ਨਾਲ ਰਿਲੇਟਡ? ਜਦੋਂ ਸਿੱਖਦੇ ਆ ਨਾ, ਜਦੋਂ ਸਿੱਖੀ ਉਸਤਾਦਾਂ ਕੋਲ, ਸਾਨੂੰ ਪਤਾ ਹੈ ਮੈਨੂੰ ਕੁੱਟ ਬਹੁਤ ਪਈ ਹੈ। ਮਤਲਬ ਕੁਝ ਵੀ ਥੋੜੀ ਜਿਹੀ ਵੀ ਮਾਈਨਰ ਜੀ ਗਲਤੀ, ਦਗਾ ਦੂਰੋਂ ਹੀ ਤਾਂ ਹੁੰਦਾ ਸੀ, ਚਲਾਵਾ ਹੁੰਦਾ ਸੀ ਉਹ ਕਹਿ ਲਓ। ਅੱਛਾ, ਛੱਡਵਾ ਮਤਲਬ। ਹਾਂ, ਬਹੁਤ ਖਾਦੇ ਆ ਤੇ ਪਰ ਉਹ ਪਤਾ ਲੱਗਦਾ ਵੀ ਉਹ ਕਿਉਂ ਅੱਜ ਕੰਮ ਆ ਰਿਹਾ। ਜੇ ਉਹ ਗਾਲਾਂ ਉਸ ਟਾਈਮ ਨਾ ਖਾਂਦੇ ਤਾਂ ਸ਼ਾਇਦ ਅੱਜ ਇੱਥੇ ਨਾ ਬੈਠੇ ਹੁੰਦੇ ਤੁਹਾਡੇ ਸਾਹਮਣੇ। ਨਹੀਂ, ਇਹ ਤਾਂ ਚਲੋ ਕਹਿ ਲਓ ਕਿ ਜਿਹੜਾ ਵੀ ਭੰਗੜਾ ਸਿੱਖਦਾ, ਕਿਉਂਕਿ ਥੋੜਾ ਸਮਾਂ ਮੈਂ ਵੀ ਸਿੱਖਿਆ, ਖਾਦੇ ਮੈਂ ਵੀ ਆ, ਪਰ ਕੋਈ ਮਜ਼ੇਦਾਰ ਕਿੱਸਾ ਸੁਣਨਾ ਆਪਾਂ ਉਹ ਸੁਣਾਂਗੇ ਹੁਣ ਬ੍ਰੇਕ ਤੋਂ ਬਾਅਦ ਜੀ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਤੇ ਸਾਡੇ ਨਾਲ ਅੱਜ ਦੇ ਮਹਿਮਾਨ ਨੇ ਅਰਸ਼ਦੀਪ ਸਿੰਘ ਪੈਂਟਸ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਅੱਜ ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ ਅਰਸ਼ਦੀਪ ਜੀ। ਸੋ ਅੱਗੇ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਹੈ ਵਧਾਉਂਦੇ ਆ। ਗੱਲ ਕਰਦੇ ਆ ਕਿ ਸਕੂਲ ਲਾਈਫ ਦਾ ਕਿੱਸਾ ਤਾਂ ਤੁਸੀਂ ਦੱਸਤਾ, ਉਹ ਵੀ ਮਤਲਬ ਇਹ ਦੱਸਿਆ ਕਿ ਹਾਂ ਕੁੱਟ ਪੈਂਦੀ ਰਹੀ ਹੈ, ਹਰ ਇੱਕ ਨੂੰ ਪੈਂਦੀ ਹੈ ਮੋਸਟਲੀ ਨਾ। ਪਰ ਹੁਣ ਆਪਾਂ ਸਕੂਲ ਲਾਈਫ ਤੋਂ ਹਟ ਕੇ ਥੋੜਾ ਜਿਹਾ ਅੱਗੇ ਚੱਲਦੇ ਆ ਕਾਲਜ ਲਾਈਫ ਦੇ ਵੱਲ। ਕਾਲਜ ਲਾਈਫ ਦੇ ਵਿੱਚ ਤਾਂ ਬਹੁਤ ਸਾਰੇ ਕਿੱਸੇ ਰਹੇ ਹੋਣਗੇ। ਭੰਗੜੇ ਦੇ ਨਾਲ ਪੜ੍ਹਾਈ ਕਿਵੇਂ ਬੈਲੈਂਸ ਕੀਤੀ, ਪਹਿਲਾਂ ਤਾਂ ਇਹ ਪੁੱਛਾਂਗੇ। ਤੇ ਉਸ ਤੋਂ ਬਾਅਦ ਅਗਰ ਕਦੇ ਬੰਕ ਕਰਨ ਦੀ ਲੋੜ ਪਈ ਹੈ ਭੰਗੜੇ ਕਰਕੇ? ਲੋੜ ਪਈ ਹੈ, ਉਹ ਕਰਦੇ ਨੇ। ਹਾਂ, ਅੱਛਾ, ਚਲੋ ਮੈਂ ਉਹਨਾਂ ਨੂੰ ਪੁੱਛਣ ਦੇ ਦੋ, ਮੈਨੂੰ ਉਹ ਦੱਸਣਗੇ ਆਪਣੀ ਜ਼ੁਬਾਨੀ। ਅੱਖਾਂ ਦੇ ਵਿੱਚ ਉਹ ਚੀਜ਼ ਆ ਗਈ ਸੀਗੀ, ਅੱਖਾਂ ਦੇ ਵਿੱਚ ਉਹ ਚੀਜ਼ ਆ ਗਈ ਸੀ ਜਦੋਂ ਬੰਕ ਦਾ ਨਾਮ ਲਿਆ ਨਾ, ਇੱਕਦਮ ਚਮਕ ਜੀ ਉੱਠੀ। ਬਸ ਫਿਰ ਉਹੀ ਗੱਲ ਹੈ ਨਾ, ਪੁੱਛਣਾ ਬਣਦਾ ਆ। ਮੈਂ ਦੱਸਦਾ, ਜਦੋਂ ਮੈਂ ਫਾਰਮੇਸੀ 'ਚ ਐਡਮਿਸ਼ਨ ਲਿੱਤੀ ਤੇ ਇੱਕ ਤਾਂ ਐਡਮਿਸ਼ਨ ਥੋੜੇ ਜਿਹੇ 15-20 ਦਿਨ ਲੇਟ ਹੋਈ। ਉਹ ਕੀ ਹੋਇਆ, ਆਂਦੇ ਸਾਰ ਨਾ ਉਧਰ ਚੱਲਦੇ ਸੀ ਫੁੱਟਬਾਲ ਦੇ ਟਰਾਇਲ, ਉਧਰ ਚਲੇ ਗਏ, ਮਹੀਨਾ ਉਧਰ ਲੱਗ ਗਿਆ। ਅੱਛਾ। ਵਾਪਸ ਆਏ, ਉਹਨਾਂ ਨੂੰ ਪਤਾ ਸੀ ਵੀ ਇਹ ਭੰਗੜੇ ਵਾਲਾ। ਹਜੇ ਮੈਂ ਕਾਲਜ ਐਂਟਰ ਕੀਤਾ, ਉਹਨਾਂ ਨੂੰ ਪਤਾ ਸੀ ਵੀ ਇਹਨੂੰ ਇੱਥੇ ਫੜ ਲਓ। ਅੱਛਾ। ਉੱਥੇ ਗਏ, ਫੈਸਟੀਵਲ 'ਚ ਕੱਢਤਾ ਟਾਈਮ। ਅੱਛਾ। ਤੇ 2.5 ਮਹੀਨੇ ਜੀ ਐਂ ਨਿਕਲ ਗਏ। ਆਪਾਂ ਕਲਾਸ 'ਚ ਨਾਮ ਤੱਕ ਨਹੀਂ ਲਿਖਾਉਣ ਗਏ ਵੀ ਰਜਿਸਟਰ ਤੇ ਮੇਰਾ ਨਾਂ ਹੀ ਲਿਖ ਲਓ। ਅੱਛਾ। ਉਹ ਮੇਰੇ ਤੋਂ ਬਿਨਾਂ ਹੀ ਅਟੈਂਡੈਂਸ ਹੀ ਨਹੀਂ ਲੱਗੀ। ਭਾਈ ਜਦੋਂ ਪੇਪਰ ਦੇ ਟਾਈਮ ਆ ਗਿਆ, 2 ਦਿਨ ਰਹਿ ਗਏ, ਮੈਂ ਕਲਾਸ 'ਚ ਗਿਆ, ਮੈਂ ਚੱਲ ਨੋਟਸ ਤਾਂ ਇਕੱਠੇ ਕਰੀ, ਜਿਵੇਂ ਹੁਣ ਪੰਜਾਬੀਆਂ ਦਾ ਉਹੀ ਹਿਸਾਬ ਹੈ ਨਾ, ਐਂਡ ਟਾਈਮ ਤੇ ਪੜ੍ਹਨਾ। ਜਦੋਂ ਗਏ ਉਹ ਕਹਿੰਦੇ ਹਾਂਜੀ ਬੱਚਾ ਜੀ ਕੌਣ, ਕਿੱਧਰੋਂ? ਮੈਂ ਕਿਹਾ ਜੀ ਮੇਰੀ ਕਲਾਸ ਹੈ। ਤੇ ਕਹਿੰਦੇ ਵੀ ਤੁਹਾਡੀ ਤਾਂ ਐਡਮਿਸ਼ਨ ਹੀ ਨਹੀਂ। ਮੈਂ ਕਿਹਾ ਮੈਂ 2 ਮਹੀਨੇ ਉਹੀ ਨੱਚੀ ਗਿਆ ਉੱਥੇ, ਕਮਲਾ ਹੀ ਹਾਂ ਮੈਂ। ਤੇ ਫਿਰ ਦੱਸਿਆ ਜੀ ਮੇਰੇ ਐਵੇਂ 2 ਮਹੀਨੇ ਤਾਂ ਇੱਧਰ ਨਿਕਲ ਗਏ। ਅੱਛਾ। ਉਹ ਮਤਲਬ ਉਹ ਟਾਈਮ ਇਹੋ ਜਿਹਾ ਸੀ ਵੀ ਇਸ਼ਕ ਸੀ ਭੰਗੜੇ ਦਾ, ਨਹੀਂ ਛੱਡ ਸਕਦਾ ਸੀ। ਉਹ ਕਹਿੰਦੇ ਵੀ ਸੀਗੇ ਜਾ ਕੇ ਕਲਾਸਾਂ ਲਾ ਲਓ, ਇਹ ਹੁੰਦਾ ਸੀ ਫਿਰ ਥੋੜੀ ਦੇਰ ਹੋਰ ਰਿਹਰਸਲ ਕਰ ਲਈ। ਉਹ ਨਹੀਂ ਛੱਡ ਹੁੰਦਾ, ਜਿੰਨਾ ਮਰਜ਼ੀ ਆਪਾਂ ਅੰਦਰੋਂ ਕਰ ਲਈਏ ਵੀ ਹਾਂ ਯਾਰ ਭੰਗੜੇ ਨੂੰ ਛੱਡ ਕੇ ਹੋਰ ਪਾਸੇ ਚੱਲ ਜਾਓ, ਨਾ। ਜੇ ਤੁਸੀਂ ਅੰਦਰੋਂ ਕਰ ਰਹੇ ਹੋ ਫਿਰ ਤੁਸੀਂ ਪੂਰੇ ਡਿਵੋਟਡ ਹੈ। ਜੇ ਨਹੀਂ ਅੰਦਰੋਂ ਕਰ ਰਹੇ, ਸਿਰਫ ਟਾਈਮ ਪਾਸ ਹੈ, ਫਿਰ ਤਾਂ ਦੇਖੋ ਜੀ ਕੋਈ ਫਾਇਦਾ ਨਹੀਂ। ਬਿਲਕੁਲ। ਪਰ ਜੇ ਆਪਾਂ ਹੁਣ ਇੱਥੇ ਗੱਲ ਕਰੀਏ ਕਿ ਭੰਗੜੇ ਦੇ ਵਿੱਚ ਕਹਿ ਲਓ ਕਿ ਕਮਾਈ ਨਹੀਂ ਹੁੰਦੀ, ਬਹੁਤ ਘੱਟ ਕਮਾਈ ਹੈ, ਜੇ ਹੁੰਦੀ ਵੀ ਹੈ, ਪਰ ਇਹਦੇ ਨਾਲ ਪਰਿਵਾਰ ਨੇ ਕਦੀ ਇਹ ਨਹੀਂ ਕਿਹਾ ਕਿ ਤੂੰ ਫਾਰਮੇਸੀ ਦਾ ਕਰ, ਭੰਗੜਾ ਰਹਿਣ ਦੇ? ਨਹੀਂ, ਦੇਖੋ ਪਰਿਵਾਰ ਵੱਲੋਂ ਮੈਨੂੰ ਹਮੇਸ਼ਾ ਪੂਰੀ ਸਪੋਰਟ ਰਹੀ ਹੈ। ਸ਼ੁਰੂ ਤੋਂ ਹੀ ਮੈਨੂੰ ਕਦੇ ਉਹਨਾਂ ਨੇ ਰੈਟ ਰੇਸ ਦੇ ਵਿੱਚ ਵੜਨ ਨੂੰ ਕਦੇ ਨਹੀਂ ਕਿਹਾ ਵੀ ਅੱਛਾ ਉਹ ਇੰਜੀਨੀਅਰ ਹੈ ਤੂੰ ਵੀ ਬਣ, ਉਹ ਫਾਰਮਾਸਿਸਟ ਹੈ ਜਾਂ ਉਹ ਡਾਕਟਰ ਤੂੰ ਵੀ ਬਣ। ਮੈਨੂੰ ਅੱਜ ਤੱਕ ਵੀ ਘਰਦਿਆਂ ਨੇ ਇਹ ਨਹੀਂ ਕਿਹਾ ਵੀ ਹਾਂ ਉਹ ਬੱਚਾ ਇਹ ਕਰ ਰਿਹਾ, ਜਿਵੇਂ ਹੁੰਦਾ ਨਾ ਸ਼ਰਮਾ ਜੀ ਦਾ ਬੇਟਾ ਇਹ ਕਰ ਰਿਹਾ, ਅੱਜ ਤੱਕ ਨਹੀਂ ਕਿਹਾ। ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਉਹ ਲੰਬੀ ਉਮਰਾਂ ਬਖਸ਼ਣ, ਵੀ ਉਹਨਾਂ ਨੇ ਮੈਨੂੰ ਇੰਨੀ ਸਪੋਰਟ ਦਿੱਤੀ ਹੈ ਨਾ। ਮਤਲਬ ਜਿੱਥੇ ਵੀ ਮੈਂ ਕਹਿਦਾ ਵੀ ਹਾਂ ਮੈਂ ਆਹ ਹੀ ਕਰਨਾ ਚਾਹੁੰਦਾ, ਅਰਸ਼ ਤੂੰ ਖੁਸ਼ ਹੈ,
ਸਹੀ ਡਿਸੀਜਨ ਹੈ ਤੇਰਾ, ਤੂੰ ਆਪਣੇ ਤੇਰੇ ਅਕੋਰਡਿੰਗ। ਮੈਂ ਕਿਹਾ ਜੀ ਹਾਂਜੀ ਕਰ ਲਾ, ਅਸੀਂ ਖੜੇ ਹਾਂ। ਵਾਹ। ਹੈ ਨਾ, ਜਿਸ ਦਿਨ ਮੈਂ ਸੋਚਿਆ ਸੀ ਵੀ ਹਾਂ ਮੈਂ ਜਰਨਲਿਜ਼ਮ 'ਚ ਹਾਂ, ਸੋਚਿਆ ਵੀ ਹੈ ਨਾ ਫਾਰਮੇਸੀ ਨੂੰ ਡ੍ਰੌਪ ਕਰਕੇ ਜਰਨਲਿਜ਼ਮ ਦਾ ਕਰਨ ਲੱਗੇ ਹਾਂ, ਤੇ ਉਸ ਤੋਂ ਬਾਅਦ ਨਾਲ ਲੱਗਦੇ ਇੱਕਦਮ ਫਲਕਚੁਏਟ ਮਾਰਿਆ ਇੱਧਰ ਨੂੰ ਆਪਣੇ ਪੰਜਾਬ ਯੂਨੀਵਰਸਿਟੀ ਡਾਂਸ ਡਿਪਾਰਟਮੈਂਟ। ਜੀ। ਮੈਂ ਘਰੇ ਇੱਕੋ ਵਾਰੀ ਕਿਹਾ, ਮੈਂ ਕਿ ਮੈਂ ਫਾਰਮੇਸੀ ਦਾ ਕੰਮ ਛੱਡ ਰਹੀ। ਤੇ ਕਹਿੰਦੇ ਕੀ ਚੱਕਰ ਹੋ ਗਿਆ? ਮੈਂ ਕਿਹਾ ਵੀ ਮੈਂ ਖੁਸ਼ ਨਹੀਂ ਹੈਗਾ। ਤੇ ਕਹਿੰਦੇ ਦੱਸ ਕੀ ਕਰਨਾ ਚਾਹੁੰਦਾ? ਵੀ ਕੰਮ ਕਰਨਾ, ਕੋਈ ਬਿਜ਼ਨਸ ਖੜਾ ਦਿੰਦੇ? ਮੈਂ ਕਿਹਾ ਨਹੀਂ, ਮੈਨੂੰ ਥੋੜ੍ਹੀ ਦੇਰ 2-3 ਸਾਲ ਦੇ ਦਿਓ, ਮੈਨੂੰ ਕੁਛ ਨਾ ਕੁਛ ਨਵਾਂ ਤੋੜ ਲੈਣ ਦਿਓ ਦੁਨੀਆ ਤੋਂ ਹਟ ਕੇ। ਦੁਨੀਆ ਤੋਂ ਹਟ ਕੇ। ਤੇ ਕਲਾਕਾਰ ਦਾ ਮੈਂ ਇਹ ਸੋਚਦਾ ਹੁੰਦਾ ਵੀ ਜਦੋਂ ਕਲਾਕਾਰ ਨੇ ਇਹ ਸੋਚ ਲਿਆ ਨਾ ਵੀ ਮੈਂ ਕਲਾਕਾਰ ਦੇ ਫੀਲਡ 'ਚ ਐਂਟਰ ਹੋਣਾ, ਉਹ ਉਸੇ ਦਿਨ ਹੀ ਸਕਸੈਸਫੁਲ ਹੋ ਜਾਂਦਾ। ਕਿਉਂਕਿ ਆਪਣੇ ਆਪ ਨੂੰ ਤਬਾਹ ਕਰਨਾ ਬਿਲਕੁਲ ਦੁਨੀਆ ਦੀ ਸਭ ਤੋਂ ਵੱਡੀ ਕਲਾ ਮੰਨੀ ਗਈ ਹੈ। ਜੀ। ਆਪਾਂ ਕਹਿੰਦੇ ਫਕੀਰ ਕਿਉਂ ਵੱਡਾ? ਕਿਉਂਕਿ ਰੱਬ ਲਈ ਆਪਣੇ ਆਪ ਨੂੰ ਤਬਾਹ ਕਰ ਦਿੰਦਾ, ਫਨਾ ਕਰ ਲੈਂਦਾ। ਕਲਾਕਾਰ ਕਲਾ ਲਈ ਕਰ ਲੈਂਦਾ। ਸੋ ਜਿਸ ਦਿਨ ਬੰਦਾ ਸੋਚ ਲੈਂਦਾ ਵੀ ਯਾਰ ਮੈਂ ਕਲਾਕਾਰ ਬਣ ਗਿਆ, ਉਹ ਉਸੇ ਦਿਨ ਸਕਸੈਸਫੁਲ ਹੈ। ਨੋ ਡਾਊਟ ਵੀ ਉਹਦੇ ਵਿੱਚੋਂ ਪੈਸਾ ਕਮਾ ਰਿਹਾ ਜਾਂ ਨਹੀਂ ਕਮਾ ਰਿਹਾ, ਲੇਕਿਨ ਉਹ ਕੁਝ ਸਿੱਖ ਰਿਹਾ, ਉਹ ਰੋਜ਼ ਕੁਝ ਨਵਾਂ ਸਿੱਖ ਰਿਹਾ। ਆਪਾਂ ਕੰਮ ਕਰਦੇ ਹਾਂ, ਪੈਸਾ ਕਮਾਉਂਦੇ ਹਾਂ, ਕਿਉਂ ਸਿੱਖਨੇ? ਵੀ ਆਪਣੇ ਆਪ ਆਪਣੀ ਨੌਲੇਜ ਵਧੇ। ਸੋ ਕਲਾਕਾਰ ਨਾਲੋਂ ਵੱਧ ਨੌਲੇਜ ਕਿਹਨੂੰ ਹੋਊਗੀ? ਆਪਾਂ ਬਾਈ ਜੀ ਪਹਿਲਾਂ ਵੀ ਗੱਲਬਾਤ ਕੀਤੀ ਆ, ਕਿਉਂਕਿ ਤੁਹਾਡਾ ਇੰਟਰਵਿਊ ਪਹਿਲਾਂ ਵੀ ਆਪਾਂ ਪੰਜਾਬੀ ਨੈਸ਼ਨਲ ਤੇ ਹੋ ਚੁੱਕਾ, ਉਹ ਪੂਰੀ ਟੀਮ ਦੇ ਨਾਲ ਸੀ। ਤੁਸੀਂ ਲੁੱਡੀ ਦਾ ਜਿਹੜਾ ਰਿਕਾਰਡ ਬਣਾਇਆ ਸੀ, ਹੁਣ ਕਾਲਰ ਲਾਈਫ ਤੋਂ ਲੈ ਕੇ ਲੁੱਡੀ ਦਾ ਰਿਕਾਰਡ ਜਿਹੜਾ ਬਣਾਇਆ ਆ, ਇਹ ਪੂਰਾ ਸਫ਼ਰ ਕਿਵੇਂ ਰਿਹਾ, ਕਿਵੇਂ ਤੁਰਿਆ, ਕਿਵੇਂ ਟੀਮ ਇਕੱਠੀ ਹੋਈ, ਸਾਰਾ ਕੁਝ ਕਿਵੇਂ ਹੋਇਆ? ਦੱਸਦੇ ਪਹਿਲਾਂ ਤਾਂ ਜਿਵੇਂ ਕਾਲਜਾਂ ਦੇ ਵਿੱਚ ਮੈਂ ਕੋਚਿੰਗ ਦੇਣੀ ਸ਼ੁਰੂ ਕੀਤੀ ਹੈ ਨਾ, ਚਲੋ ਰੱਬ ਵੱਲੋਂ ਮਿਹਰ ਰਹੀ ਹੈ ਵੀ ਕਦੇ ਵੀ ਪਿੱਠ ਨਹੀਂ ਲੱਗੀ, ਤੇ ਜੁੜਦੇ ਗਏ, ਹੌਲੀ ਹੌਲੀ ਜੁੜਦੇ ਗਏ। ਫਿਰ ਉਸ ਤੋਂ ਬਾਅਦ ਜਦੋਂ ਮੈਂ ਇੰਟਰਨੈਸ਼ਨਲ ਲੈਵਲ ਤੇ ਗਿਆ ਜੀ ਆਪਣੇ ਪੰਜਾਬ ਦੇ ਫੋਕ ਡਾਂਸਿਸ ਨੂੰ, ਹੁਣ ਉੱਥੇ ਜਾ ਕੇ ਵੀ ਮੈਂ ਭੰਗੜੇ ਦੇ ਨਾਲ ਨਾਲ ਉਹ ਡਾਂਸਿਸ ਨੂੰ ਵੀ ਰਿਪਰੈਜ਼ੈਂਟ ਕੀਤਾ ਜੋ ਨੈਸ਼ਨਲ ਲੈਵਲ ਤੱਕ ਵੀ ਨਹੀਂ ਗਈ। ਜੀ। ਡੰਡਾਸ ਹੋਇਆ, ਸਮੀਆਂ ਹੋਈਆਂ, ਹੈ ਨਾ। ਹੁਣ ਉੱਥੇ ਜਾ ਕੇ ਜੇ ਮੈਂ ਰਿਪਰੈਜ਼ੈਂਟ ਕਰੂੰਗਾ ਤਾਂ ਓਬਵੀਅਸ ਹੀ ਗੱਲ ਹੈ, ਇੱਕ ਡਾਂਸ ਉੱਥੇ ਤੱਕ ਪਹੁੰਚਿਆ ਇੰਟਰਨੈਸ਼ਨਲ ਲੈਵਲ ਤੱਕ। ਡੰਡਾਸ ਅੱਜ ਤੱਕ ਇੰਟਰਨੈਸ਼ਨਲ ਲੈਵਲ ਤੇ ਕਦੇ ਵੀ ਐਵੇਂ ਇੰਡੀਆ ਵੱਲੋਂ ਰਿਪਰੈਜ਼ੈਂਟ ਹੋ ਕੇ ਨਹੀਂ ਪਿਆ। ਮੈਂ ਟਰਾਈ ਕੀਤੀ, ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਤੇ ਫਿਰ ਹੌਲੀ ਹੌਲੀ ਜਦੋਂ ਉੱਥੇ ਜਾ ਕੇ ਸਾਰਾ ਦੇਖਿਆ ਵੀ ਉਹਨਾਂ ਦਾ ਸਿਸਟਮ ਕੀ ਹੈ ਕਲਚਰ ਨੂੰ ਸਾਂਭਣ ਦਾ, ਫਿਰ ਹੌਲੀ ਹੌਲੀ ਮਹਿਸੂਸ ਹੋਇਆ ਵੀ ਸਿਰਫ ਆਪਣੇ ਪੰਜਾਬ 'ਚ ਕੀ ਹੋ ਰਿਹਾ, ਕੰਪੀਟੀਸ਼ਨਸ ਹੋ ਰਹੇ, ਫੋਕ ਤੇ ਕੰਮ ਹੋ ਰਿਹਾ, ਲੇਕਿਨ ਉਸ ਤੋਂ ਅੱਗੇ ਕੀ? ਆਪਾਂ ਆਪਸ ਦੇ ਵਿੱਚ ਕੰਪੀਟੀਸ਼ਨ ਕਰ ਲੈਂਦੇ ਹਾਂ, 2-4 ਦਿਨ ਲੜਾਈਆਂ ਕਰਦੇ ਹਾਂ, ਫਿਰ ਪਿਆਰ ਨਾਲ ਬਹਿ ਜਾਂਦੇ ਹਾਂ। ਬਿਲਕੁਲ। ਉਸ ਤੋਂ ਬਾਅਦ ਤਾਂ ਕੁਝ ਨਹੀਂ ਹੋ ਰਿਹਾ, ਉਸ ਤੋਂ ਅੱਗੇ ਇੱਕ ਲੈਵਲ ਨਹੀਂ ਜਾ ਰਹੇ ਆਪਾਂ, ਸਿਰਫ ਇੱਕ ਪੌੜੀ ਤੇ ਅੜੇ ਹੋਏ ਹਾਂ ਕਿੰਨੇ ਸਾਲਾਂ ਤੋਂ। ਸੋ ਉਸ ਤੋਂ ਅੱਗੇ ਜਾਣਾ ਜ਼ਰੂਰੀ ਹੈ। ਹੁਣ ਕਈ ਮੇਰੇ ਭਰਾ ਜੋ ਵੱਡੇ ਹੈਗੇ ਆ ਜਿਹੜੇ ਆਪਣੀ ਫੀਲਡ ਦੇ ਵਿੱਚ ਆ, ਉਹ ਹੋਰ ਲੈਵਲਾਂ ਤੇ ਲੈ ਕੇ ਜਾ ਰਹੇ ਆ, ਇੰਟਰਨੈਸ਼ਨਲੀ ਲੈ ਕੇ ਜਾ ਰਹੇ ਆ, ਲੇਕਿਨ ਉਸ ਇੰਟਰਨੈਸ਼ਨਲ ਟੀਮਸ ਲੈ ਕੇ ਜਾ ਰਹੇ ਆ। ਆਪਾਂ ਇੱਥੇ ਜਾ ਕੇ ਉੱਥੇ ਕੰਪੀਟੀਸ਼ਨਸ ਕਰ ਲਏ ਜਾਂ ਫੈਸਟੀਵਲ ਦੇ, ਉਸ ਤੋਂ ਅੱਗੇ ਕੀ? ਕਿਸੇ ਤੋਂ ਨਹੀਂ। ਮੈਂ ਬਹੁਤ ਜਣਿਆਂ ਨੂੰ ਪੁੱਛਿਆ ਵੀ ਇਸ ਤੋਂ ਅੱਗੇ ਦਾ ਲੈਵਲ ਦੱਸੋ, ਵੀ ਜੇ ਆਪਾਂ ਸਾਰੀ ਉਮਰ ਕੰਪੀਟੀਸ਼ਨ 'ਚ ਅੜੇ ਰਵਾਂਗੇ ਫਿਰ ਤਾਂ ਫਾਈਨੈਂਸ਼ੀਅਲੀ ਤੌਰ ਤੇ ਨਹੀਂ ਹੋਵਾਂਗੇ। ਕਿਉਂਕਿ ਭੰਗੜੇ ਲਈ ਕੁਝ ਨਵਾਂ ਨਹੀਂ ਹੋ ਰਿਹਾ। ਨਵਾਂ ਨਹੀਂ ਹੋ ਰਿਹਾ, ਨੋ ਡਾਊਟ। ਦੇਖੋ ਭੰਗੜਾ ਵਰਲਡ ਦੇ ਵਿੱਚ ਟੌਪ 5 ਦੇ ਵਿੱਚ ਹੈ। ਵਾਹ। ਦੇਖੋ ਦੁਨੀਆ ਦੇ ਵਿੱਚ ਹਜ਼ਾਰਾਂ ਲੋਕ ਨਾਚ ਹੈ, ਟੌਪ 5 'ਚ ਮੇਰੇ ਅਕੋਰਡਿੰਗ ਦੇਖੋ ਮੈਂ ਪਹਿਲੇ ਤੇ ਮੰਨਦਾ, ਕਿਉਂਕਿ ਹਮੇਸ਼ਾ ਬਾਹਰ ਵੀ ਜਾਂਦੇ ਆ, ਇਹ ਕਿਹਾ ਜਾਂਦਾ ਭੰਗੜਾ ਲਾਸਟ ਤੇ ਪਰਫਾਰਮ ਕਰਾਵਾਂਗੇ, ਦੁਨੀਆ ਬੈਠੀ ਰਹੂਗੀ ਜੀ, ਹੈਨਾ। ਕਿਉਂਕਿ ਦੁਨੀਆ ਵੀ ਉਸ ਚੀਜ਼ ਦੀ ਵੇਟ ਕਰਦੀ ਹੁੰਦੀ ਕਿ ਕਦੋਂ ਭੰਗੜਾ ਆਵੇ। ਆਪਣੇ ਨਹੀਂ, ਬਾਹਰ ਵਾਲੇ ਵੀ। ਬਿਲਕੁਲ। ਤੇ ਹੁਣ ਜੇ ਉਹ ਇੱਕ ਲੈਵਲ ਸੀ, ਉੱਥੇ ਹੀ ਫੈਸਟੀਵਲ ਤੇ ਅੜੇ ਰਵਾਂਗੇ, ਆਪਸ ਦੇ ਵਿੱਚ ਹੀ ਕੰਪੀਟੀਸ਼ਨ ਕਰੀ ਗਏ, ਉਸ ਤੋਂ ਅੱਗੇ ਕੀ ਕਰਾਂਗੇ ਜੀ? ਕਿਉਂਕਿ ਹੁਣ ਮੈਂ ਹੋਰ ਡਾਂਸਿਸ ਦਾ ਦੇਖਿਆ, ਡਾਂਸ ਸਪੋਰਟਸ ਹੁੰਦੇ ਆ, ਸਿਰਫ ਇੱਕ ਉਹ ਕੰਪੀਟੀਸ਼ਨਸ ਨਹੀਂ ਕਰਦੇ, ਉਹਨਾਂ ਤੋਂ ਹੋਰ ਬਹੁਤ ਚੀਜ਼ਾਂ ਉਹਦੇ ਵਿੱਚ ਅੱਗੇ ਠੀਕ ਹੈ ਨਾ। ਉਸ ਚੀਜ਼ ਕਰਕੇ ਔਨ ਪੇਪਰ ਚੱਲ ਰਿਹਾ, ਕਾਫੀ ਕੁਝ ਚੱਲ ਰਿਹਾ, ਤੇ ਹੋਪਫੁਲੀ 1 ਜਾਂ 2 ਸਾਲਾਂ 'ਚ ਬਹੁਤ ਕੁਝ ਨਵਾਂ ਲੈ ਕੇ ਆਵਾਂਗੇ ਜੀ। ਤੇ ਜਦੋਂ ਤੁਸੀਂ ਲੁੱਡੀ ਦਾ ਰਿਕਾਰਡ ਬਣਾਉਣ ਦੇ ਰਸਤੇ ਤੇ ਤੁਰੇ ਸੀ, ਤੇ ਟੀਮ ਵੱਲੋਂ ਬੜੀਆਂ ਪ੍ਰੋਬਲਮਸ ਆਈਆਂ ਹੋਣਗੀਆਂ, ਜਾਂ ਟੀਮ ਇਕੱਠੀ ਕਰਨ ਨੂੰ ਬੜੀਆਂ ਪ੍ਰੋਬਲਮਸ ਆਈਆਂ ਹੋਣਗੀਆਂ, ਤੇ ਉਹਨਾਂ ਬਾਰੇ ਕੁਝ ਦੱਸੋ। ਟੀਮ ਦਾ ਇਹ ਸੀਗਾ ਜੀ, ਉਸ ਟਾਈਮ ਕੋਵਿਡ ਤੋਂ ਪਹਿਲਾਂ ਦੀ ਗੱਲ ਹੈ ਇਹ, ਜਦੋਂ ਸੋਚਿਆ ਸੀ ਵੀ ਰਿਕਾਰਡ ਬਣਾਉਣਾ ਜੀ, ਤੇ ਉਹਦੇ ਨਾਲ ਸਾਰਾ ਮਾਈਂਡ 'ਚ ਆ ਗਿਆ ਸੀ ਵੀ ਪਹਿਲਾਂ ਰਿਕਾਰਡ ਬਣਾਵਾਂਗੇ, ਹੌਲੀ ਹੌਲੀ ਕੁਛ ਨਾ ਕੁਛ ਨਵਾਂ ਕ੍ਰੀਏਟ ਕਰਦੇ ਜਾਵਾਂਗੇ। ਰਿਕਾਰਡ ਆਇਆ ਤਾਂ ਪਹਿਲਾਂ ਤਾਂ ਮੇਰੇ ਇਕੱਲੇ ਦਾ ਕੰਮ ਸੀ, ਔਨ ਪੇਪਰ ਕੀ ਕੁਛ ਚਾਹੀਦਾ ਹੈ ਨਾ। ਹੁਣ ਕਈਆਂ ਦੇ ਅਕੋਰਡਿੰਗ ਹੁੰਦਾ ਵੀ ਅੱਛਾ ਵਰਲਡ ਰਿਕਾਰਡ ਹੈ, ਸਿਰਫ ਇੱਕ ਗਿਨੀਜ਼ ਵਰਲਡ ਬੁੱਕ ਆਫ ਰਿਕਾਰਡ ਹੈ, ਉਸ ਤੋਂ ਇਲਾਵਾ ਜਿੰਨੇ ਵੀ ਹੋਰ ਵਰਲਡ ਆਫ ਰਿਕਾਰਡ ਉਹ ਹੈ ਹੀ ਨਹੀਂ। ਮੈਂ ਬਣਾਇਆ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਦੇ ਵਿੱਚ। ਹੁਣ ਉਹਨਾਂ ਦੇ ਅਕੋਰਡਿੰਗ ਤਾਂ ਇਹ ਹੈ ਵੀ ਦੁਨੀਆ ਦੇ ਵਿੱਚ ਜੇ ਯੂਨੀਵਰਸਿਟੀ ਦਾ ਸਿਰਫ ਆਕਸਫੋਰਡ ਹੈ, ਦੁਨੀਆ ਦੇ ਵਿੱਚ ਹੋਰ ਕੋਈ ਯੂਨੀਵਰਸਿਟੀ ਨਹੀਂ। ਉਹਨਾਂ ਦੀ ਸੋਚਣੀ ਇਹ ਹੈ। ਹੁਣ ਗਿਨੀਜ਼ ਦਾ ਖਰਚਾ ਇੰਨਾ, ਮੈਂ ਨਹੀਂ ਅਫੋਰਡ ਕਰ ਸਕਦਾ, ਸਿੱਧੀ ਜੀ ਗੱਲ ਹੈ, ਠੀਕ ਹੈ। ਹੁਣ ਮੈਂ ਕੋਈ ਉਹ ਚੱਕਿਆ ਜਿੱਥੇ ਮੈਂ ਅਫੋਰਡ ਕਰ ਸਕਦਾ। ਐਕ੍ਰੀਡੇਸ਼ਨ ਤਾਂ ਉਸ ਆਕਸਫੋਰਡ ਦੀ ਵੀ ਉਨੀ ਹੈ, ਪੰਜਾਬ ਯੂਨੀਵਰਸਿਟੀ ਦੀ ਵੀ ਉਨੀ ਹੈ, ਪੰਜਾਬ ਬਿਲਕੁਲ ਉਹੀ ਹੈ, ਪਲੇਟਫਾਰਮ ਤਾਂ ਉਹੀ ਹੈ। ਸੋ ਪਹਿਲਾਂ ਤਾਂ ਸਾਰਾ ਔਨ ਪੇਪਰ ਮੈਂ ਉਹ ਚੀਜ਼ਾਂ
ਕਾਊਂਟ ਕੀਤੀਆਂ। ਫਿਰ ਮੈਂ ਦੇਖਿਆ ਵੀ ਹੋਰ ਮੈਨੂੰ ਕੀ ਕੁਝ ਚਾਹੀਦਾ ਉਹਦੇ ਵਿੱਚ, ਮੈਂ ਕੀ ਇੱਥੇ ਕੁਝ ਮੈਂ ਕਰ ਤੁਹਾਨੂੰ ਥੋੜਾ ਸਕਦਾ। ਰੁਕਣਾ ਚਾਹੂੰਗਾ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਜਿਹੜਾ ਪੇਪਰ ਵਰਕ ਆ, ਇਹ ਪੇਪਰ ਵਰਕ ਕਰਨ ਨੂੰ ਵੀ ਕਿੰਨਾ ਸਮਾਂ ਲੱਗ ਗਿਆ? ਪੇਪਰ ਵਰਕ ਨੂੰ ਮੈਨੂੰ ਘੱਟੋ ਘੱਟ ਜੀ 2 ਮਹੀਨੇ ਤਾਂ ਸਿਰਫ ਪਤਾ ਕਰਨ ਨੂੰ ਹੋਇਆ ਵੀ ਅੰਦਰ ਖਾਤੇ ਕੀ ਚੱਲਦਾ, ਵੀ ਕਿਹੜੇ ਰਿਕਾਰਡ ਆਲਰੇਡੀ ਡਾਂਸ ਦੇ ਵਿੱਚ ਬਣ ਚੁੱਕੇ ਆ, ਜਾਂ ਕਿਵੇਂ ਉਹਨਾਂ ਨੂੰ ਉਹਨਾਂ ਕੁ ਬੈਲੈਂਸ ਬਣਾ ਕੇ ਚੱਲਣਾ ਪੈਣਾ ਵੀ ਅੱਗੇ ਤੋਂ ਵੀ ਇਹ ਇੰਨੀ ਛੇਤੀ ਕੰਪੀਟ ਨਾ ਹੋ ਸਕੇ। ਰੱਬ ਵੱਲੋਂ ਅਰਦਾਸ ਕਰਦਾ ਵੀ ਮੇਰਾ ਰਿਕਾਰਡ ਟੁੱਟੇ, ਕੋਈ ਨਹੀਂ ਕਹੂਗਾ ਅੱਜ ਤੱਕ, ਬਿਲਕੁਲ, ਬਟ ਟੁੱਟੂਗਾ ਤਾਂ ਜੇ ਇਸ ਆਪਣੇ ਫੋਕ ਡਾਂਸਿਸ ਦੇ ਵਿੱਚ ਕੋਈ ਕੰਮ ਕਰੂ। ਜੀ ਮੈਂ ਤਾਂ ਚਾਹੁੰਦਾ ਵੀ ਕੋਈ ਤੋੜੇ, ਹੈ ਨਾ, ਮੈਂ ਖੁਸ਼ੀ ਹੋਊਗੀ, ਮੇਰੇ ਵੱਲੋਂ ਪੂਰੀ ਸਪੋਰਟ ਹੋਊਗੀ, ਡਾਕੂਮੈਂਟ ਮੈਂ ਦੱਸੂਗਾ ਜਾ ਕੇ ਵੀ ਭਾਈ ਆਹ ਕੰਮ ਕਰ, ਜੀ ਹੈ ਨਾ। ਸੋ ਹੌਲੀ ਹੌਲੀ ਜਿਵੇਂ ਪਹਿਲਾਂ ਪੇਪਰ ਵਰਕ ਕੀਤਾ 2-2.5 ਮਹੀਨੇ, ਫਿਰ ਹੌਲੀ ਹੌਲੀ ਦੇਖਿਆ ਵੀ ਫੋਕ ਹੁਣ 10 ਮਿੰਟ ਨੱਚਣ ਲਈ ਆਪਾਂ 2 ਮਹੀਨੇ ਰੈਸਲਾਂ ਕਰਦੇ ਹਾਂ ਫੈਸਟੀਵਲਾਂ ਦੇ ਵਿੱਚ। ਬਿਲਕੁਲ। ਸੋ ਜੇ ਮੈਂ ਸਟਾਰਟਿੰਗ ਦੇ ਵਿੱਚ ਸੋਚਿਆ ਸੀ 2 ਘੰਟੇ, 2 ਘੰਟੇ ਦੇ ਕਰੀਬ ਆਪਾਂ ਜਾਵਾਂਗੇ, ਤੇ ਹੌਲੀ ਹੌਲੀ ਚਲੋ ਚੱਲਦਾ ਗਿਆ। ਫਿਰ ਬੰਦਿਆਂ ਦੀ ਸਿਲੈਕਸ਼ਨ ਤੇ ਕੰਮ ਆਇਆ, ਸਭ ਤੋਂ ਔਖਾ ਕੰਮ। ਸਭ ਤੋਂ ਔਖਾ ਕੰਮ। ਫਿਰ ਪਤਾ ਕੀ, ਕਈ ਜਣੇ ਨਾਲ ਗੱਲ ਕੀਤੀ ਨਾ ਜੀ ਵੀ ਯਾਰ ਆਪਾਂ ਐਵੇਂ ਨਾ ਕੁਛ 2-2.5 ਘੰਟੇ ਨੱਚੀ ਜਾਣਾ, ਪੂਰਾ ਕਨਸੈਪਟ ਨਹੀਂ ਡਿਸਕਲੋਜ਼ ਕੀਤਾ। ਯਾਰ ਕਮਲਾ ਹੋਇਆ, ਹਿੱਲ ਗਿਆ, ਠੀਕ ਹੈ, ਕੀ ਹੋਇਆ, ਚਲੋ ਨਹੀਂ ਸਮਝ ਆਇਆ, ਕਈਆਂ ਦਾ ਨਹੀਂ ਮਾਈਂਡਸੈਟ ਨਹੀਂ ਹੁੰਦਾ ਹਰੇਕ ਦਾ। ਬਿਲਕੁਲ। ਫਿਰ ਹੌਲੀ ਹੌਲੀ ਜਿੰਨੇ ਕੁ ਮੇਰੇ ਨਾਲ ਦੇ ਸੀ, ਗੁਰਮੀਤ ਹੈ ਮੇਰਾ ਬ੍ਰਦਰ, ਹੈ ਨਾ, ਤੇ ਉਹਨਾਂ ਨਾਲ ਗੱਲ ਕੀਤੀ। ਹੁਣ ਤਾਂ ਉਹ ਕਹਿੰਦਾ ਅਰਸ਼ ਜੋ ਜਿੱਥੇ ਕਹੇਗਾ ਉੱਥੇ ਖੜ ਜਾਾਂਗੇ, ਕਰਦੇ ਹਾਂ ਸ਼ੁਰੂ। ਫਿਰ ਹੌਲੀ ਹੌਲੀ ਜੁੜਦੇ ਗਏ ਇੱਕ ਇੱਕ ਰੱਬ ਵੱਲੋਂ, ਹੈ ਨਾ, ਮਿਹਨਤ ਨੂੰ ਰਾਸ ਲੱਗੇ। ਫਿਰ ਹੌਲੀ ਹੌਲੀ ਐਂਡ ਤੇ ਆ ਕੇ 1 ਜਾਂ 2 ਜਣੇ ਘਟ ਗਏ। ਅੱਛਾ। ਫਿਰ ਮੇਰਾ ਬ੍ਰਦਰ ਹੈ ਦਲਵੀਰ ਹੁਸ਼ਿਆਰਪੁਰ ਤੋਂ, ਉਹਨੇ ਆਪਣੇ ਸਰਕਲ ਖੋਲ੍ਹਿਆ, ਕਾਫੀ ਜਣੇ ਨੂੰ ਪੁੱਛਿਆ। ਫਿਰ ਹਰੇਕ ਦਾ ਇੱਕ ਹੈਲਥ ਇਸ਼ੂਜ਼ ਹੁੰਦੇ ਆ ਵੀ ਇੰਨੀ ਦੇਰ ਨਹੀਂ ਕਰ ਸਕਦੇ। ਸਾਡੇ ਨਾਲ ਪਹਿਲਾਂ ਜ਼ਿਆਦਾ ਜਣੇ ਸੀ, ਅਸੀਂ ਸਾਰਿਆਂ ਨੂੰ ਕਹਿ ਕੇ ਰੱਖਿਆ ਸੀ ਵੀ ਆਪਾਂ ਰੈਸਲਾਂ ਸ਼ੁਰੂ ਕਰਾਂਗੇ, ਜਿਵੇਂ ਜਿਵੇਂ ਆਪਾਂ ਨੂੰ ਠੀਕ ਲੱਗੀ ਗਿਆ, ਆਪਣੀ ਬਾਡੀ ਦੇ ਹਿਸਾਬ ਨਾਲ ਕੰਪੀਟ ਕਰੀ ਗਏ, ਆਪਾਂ ਉਸ ਲੈਵਲ ਤੱਕ ਆਪਾਂ ਉਨੇ ਕੁ ਬੰਦੇ ਰੱਖ ਲਾਂਗੇ। ਕਿਉਂਕਿ ਅਸੀਂ ਸੋਚਿਆ ਸੀ ਵੀ ਜੋ ਯੂਥ ਫੈਸਟੀਵਲ ਦੇ ਵਿੱਚ 10 ਮਿੰਟ ਨੱਚਿਆ ਜਾਂਦਾ, ਉਸੇ ਲੈਵਲ ਤੇ ਅਸੀਂ ਪੂਰਾ ਕ੍ਰੀਏਟ ਕਰੀਏ। ਹੁਣ ਖੁੱਲਾ ਨੱਚਣਾ, ਦੇਖੋ ਪਿੰਡਾਂ ਦੇ ਵਿੱਚ ਨੱਚਣਾ ਜਾਂ ਫੈਸਟੀਵਲ ਤੇ ਨੱਚਣਾ ਕੁਝ ਹੋਰ ਹੈ। ਇੱਕ ਯੂਥ ਫੈਸਟੀਵਲ ਵਾਲਾ ਜੋ ਅਸਲੀ 10 ਮਿੰਟ ਕੱਢਣੇ ਆ, ਉਹੀ ਲੈਵਲ ਮੇਨਟੇਨ ਰੱਖਣਾ ਜਾਂ ਉਹੀ ਲਾਈਵ ਸਾਰਾ ਕੁਝ ਰੱਖਣਾ, ਤਾਂ ਉਹ ਔਖਾ ਹੈ। ਉਸ ਚੀਜ਼ ਕਰਕੇ ਚੱਲਦੇ ਗਏ, ਬੰਦੇ ਇਕੱਠੇ ਕੀਤੇ, ਰਿਹਰਸਲਾਂ ਕੀਤੀਆਂ, ਤੇ ਰੱਬ ਨੂੰ ਮਨਜ਼ੂਰ ਸੀ ਤੇ ਉਹ ਬਣ ਗਿਆ। ਜੀ ਗੱਲਾਂ ਬਾਤਾਂ ਦਾ ਸਿਲਸਿਲਾ ਇਦਾਂ ਹੀ ਚੱਲਦਾ ਰਹੇਗਾ। ਇੱਥੇ ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਨੇ ਆ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਅੱਜ ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ, ਤੁਸੀਂ ਦੇਖ ਹੀ ਰਹੇ ਹੋ, ਅਰਸ਼ਦੀਪ ਜੀ। ਸੋ ਹੁਣ ਅੱਗੇ ਗੱਲ ਕਰਦੇ ਹਾਂ ਕਿ ਜਿੱਦਾਂ ਤੁਸੀਂ ਦੱਸ ਰਹੇ ਸੀ, ਲੁੱਡੀ ਦਾ ਰਿਕਾਰਡ ਜਿਹੜਾ ਤੁਸੀਂ ਬਣਾਇਆ, ਉਹਦੇ ਵਾਸਤੇ ਟੀਮ ਇਕੱਠੀ ਕੀਤੀ, ਫਿਰ ਉਹਨਾਂ ਨੂੰ ਰਿਹਰਸਲਸ ਵਾਸਤੇ ਬੁਲਾਇਆ, ਤੇ ਰਿਹਰਸਲਸ ਦੇ ਵਿੱਚ ਫਿਰ ਐਂਡ ਤੇ ਕਿੰਨੇ ਮੈਂਬਰ ਤੁਹਾਡੀ ਟੀਮ ਦੇ ਵਿੱਚ ਰਹਿ ਗਏ ਤੇ ਕਿਹਨਾਂ ਨੂੰ ਹੈਲਥ ਇਸ਼ੂਜ਼ ਆਏ ਤੇ ਉਹ ਚਲੇ ਗਏ? ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ, ਅਸੀਂ 22 ਜਣੇ ਸੀ ਜੀ, ਤੇ ਹੌਲੀ ਹੌਲੀ ਕਈਆਂ ਨੂੰ ਪਿੱਠ ਦਾ ਇਸ਼ੂ, ਹੈ ਨਾ, ਕਿਉਂਕਿ ਇੰਨਾ ਐਗਜ਼ੌਸਟ ਹੋ ਜਾਂਦੇ ਸੀਗੇ। ਤੇ ਫਿਰ ਉਸ ਤੋਂ ਬਾਅਦ ਆ ਗਿਆ ਕੋਵਿਡ। ਅੱਛਾ। ਕੋਵਿਡ ਦੇ ਇਸ਼ੂ ਕਰਕੇ ਬਹੁਤ 2-3 ਜਣੇ ਸਾਡੇ ਬ੍ਰੇਕ ਹੋਏ, ਜਿਹਨਾਂ ਨੂੰ ਮੈਂ ਚਾਹੁੰਦਾ ਨਹੀਂ ਸੀ ਵੀ ਅਲੱਗ ਹੋਣ, ਬਟ ਉਹ ਥੋੜ੍ਹੀਆਂ ਹੈਲਥ ਪ੍ਰੋਬਲਮ ਵੀ ਕਹਿ ਸਕਦੇ ਸੀ, ਜਾਂ ਉਸ ਟਾਈਮ ਇੱਕ ਡਰ ਇੰਨਾ ਸੀਗਾ ਵੀ ਘਰੋਂ ਵੀ ਨਹੀਂ ਨਿਕਲਣਾ, ਘਰੇ ਕੋਈ ਬੈਲ ਵੀ ਵੱਜ ਗਈ ਤਾਂ ਪਤਾ ਨਹੀਂ ਯਾਰ, ਹੈ ਨਾ, ਜਮਰਾਜ ਹੀ ਆਏ ਖੜਾ। ਤੇ ਫਿਰ ਹੌਲੀ ਹੌਲੀ ਅਸੀਂ ਐਂਡ ਤੇ ਆ ਕੇ 16 ਜਣੇ ਰੱਖੇ। 10 ਅਸੀਂ ਐਜ਼ ਅ ਡਾਂਸਰ ਪਰਫਾਰਮ ਕੀਤਾ, 6 ਜਣੇ ਸੀਗੇ ਸਾਡੇ ਜਿਹੜੇ ਐਜ਼ ਅ ਕੰਪਨੀ ਸੀ। ਉਹਦੇ ਵਿੱਚ ਡਰਮਰ ਵੀ ਸੀਗੇ, 2 ਸਿੰਗਰ ਸੀਗੇ, ਠੀਕ ਹੈ, ਬਾਕੀ 3 ਅਲੱਗ-ਅਲੱਗ ਇੰਸਟਰੂਮੈਂਟ ਵਜਾ ਰਹੇ ਸੀ। ਤੇ ਉਹਦੇ ਵਿੱਚੋਂ ਕਰਦੇ ਕਰਾਉਂਦੇ ਅਸੀਂ ਐਂਡ ਤੇ 16 ਜਣੇ ਨੇ ਪਰਫਾਰਮ ਕੀਤਾ, ਤੇ 114 ਮਿੰਟ ਲਗਾਤਾਰ ਪਰਫਾਰਮ ਕਰਕੇ ਜਿਹੜਾ ਯੂਥ ਫੈਸਟ ਤੇ ਹੁੰਦਾ, ਉਹੀ ਐਜ਼ 114 ਮਿੰਟ ਪਰਫਾਰਮ ਕੀਤਾ ਤੇ ਉਹ ਵਰਲਡ ਰਿਕਾਰਡ ਬਣਾਇਆ। ਵਾਹ। ਤੇ ਬਾਈ ਜੀ, ਜਦੋਂ ਇਹ ਰਿਕਾਰਡ ਦਾ ਸੋਚਿਆ ਕਿ ਬਣਾਉਣਾ ਹੈ, ਕਿ ਜਿਹੜੇ ਅੱਗੇ ਲੋਕ ਦੇਖਦੇ ਹੁੰਦੇ ਨੇ, ਜਿਨ੍ਹਾਂ ਨੇ ਉਹ ਸਾਰਾ ਕੁਝ ਲਿਖਣਾ ਹੁੰਦਾ ਕਿ ਇਹ ਜਿਹੜਾ ਰਿਕਾਰਡ ਬਣਾਇਆ, ਉਸ ਤੋਂ ਪਹਿਲਾਂ ਥੋੜੀ ਰਿਹਰਸਲ ਵੀ ਦਿਖਾਉਣੀ ਪੈਂਦੀ ਹੈ ਜਾਂ ਡਾਇਰੈਕਟ ਆ ਕੇ ਸਟੇਜ ਤੇ? ਉਸ ਤੋਂ ਪਹਿਲਾਂ ਇੱਕ ਵੀਡੀਓ ਮੰਗਦੇ ਆ ਵੀ ਇੱਕ ਸਾਨੂੰ ਟ੍ਰਾਇਲ ਬੇਸਿਸ ਤੇ ਭਾਵੇਂ 2 ਮਿੰਟ ਦੀ ਵੀਡੀਓ ਭੇਜ ਦਿਓ, ਕਿਉਂਕਿ ਉਹਨਾਂ ਦਾ ਇੱਕ ਪ੍ਰੋਸੈਸ ਹੁੰਦਾ ਜਿਵੇਂ, ਹੈ ਨਾ, ਆਫਿਸ ਦਾ। ਫਿਰ ਉਹ ਉਸ ਤੋਂ ਬਾਅਦ ਡਾਕੂਮੈਂਟੇਸ਼ਨ ਉਹਨਾਂ ਨੂੰ ਭੇਜਣੀ ਹੈ, ਫਿਰ ਉਹਨਾਂ ਤੋਂ ਡੇਟ ਲੈਣੀ ਪੈਂਦੀ ਹੈ ਵੀ ਅਸੀਂ ਇਸ ਦਿਨ ਪਰਫਾਰਮ ਕਰਨਾ। ਫਿਰ ਉਹਨਾਂ ਦੀ ਟੀਮ ਆਉਂਦੀ ਹੈ, 1 ਜਾਂ 2 ਬੰਦੇ ਜਿਹੜੇ ਵੀ ਔਨ ਸਾਹਮਣੇ ਬਹਿ ਕੇ ਵਿਦ ਟਾਈਮਰ ਸਾਰਾ ਕੁਝ ਦੇਖਦੇ ਆ, ਤੇ ਫਿਰ ਉਹ ਉਹਨਾਂ ਦੀ ਨਿਗਰਾਨੀ 'ਚ ਹੀ ਹੁੰਦਾ ਸਾਰਾ ਕੁਝ। ਤੇ ਔਨ ਸਟੇਜ ਅਸੀਂ ਮਤਲਬ ਪਿੱਛੇ ਦਾ ਪ੍ਰੋਪਰ ਬੰਦ ਹੀ ਸੀਗਾ ਵਿਦ ਕਰਟਨਸ, ਹੈ ਨਾ,
ਤੇ ਮਤਲਬ ਇਹ ਹੁੰਦਾ ਵੀ ਆਪਾਂ ਸਟੇਜ ਛੱਡ ਕੇ ਕੋਈ ਬਾਹਰ ਨਹੀਂ ਜਾ ਸਕਦਾ ਟਿਲ ਦਾ ਟਾਈਮ, ਜਦੋਂ ਤੱਕ ਅਸੀਂ ਪਰਫਾਰਮ ਨਹੀਂ ਖਤਮ ਕਰ ਸਕਦੇ। ਜੀ। ਸੋ ਅਸੀਂ ਜਿਹੜਾ ਸੋਚਿਆ ਸੀ ਸਟਾਰਟਿੰਗ ਦੇ ਵਿੱਚ, ਮਤਲਬ ਪਹਿਲਾਂ ਅਸੀਂ 100 ਮਿੰਟ ਤੱਕ ਲੈ ਗਏ ਸੀ ਆਪਣਾ ਜੀ, ਬਟ ਐਂਡ ਵਾਲੇ 2 ਜਾਂ 3 ਮਿੰਟ, ਜੋ ਐਂਡ ਵਾਲੇ 2 ਜਾਂ 3 ਦਿਨ ਸੀ, ਜੀ, ਤਾਂ ਆਪਸ 'ਚ ਗੱਲਾਂ ਕਰਨ ਲੱਗ ਗਏ ਵੀ ਥੋੜਾ ਜਿਹਾ ਹੋਰ ਖਿੱਚ ਦੋ ਜਿੰਨਾ ਕਰ ਸਕਦੇ। ਖਿੱਚ ਕੇ ਅਸੀਂ 114 ਮਿੰਟ ਤੱਕ ਲੈ ਕੇ ਗਏ ਸੀ। ਅੱਛਾ। ਹਾਂ, ਤੇ ਜਿਹੜੇ 114 ਮਿੰਟ ਸੀ ਇਹ ਆਪਣਾ ਫਾਈਨਲ ਪਰਫਾਰਮੈਂਸ ਤੋਂ ਪਹਿਲਾਂ ਹੀ ਡਨ ਹੋ ਚੁੱਕੇ ਸੀ ਕਿ 114 ਮਿੰਟ ਕਰਨੇ, ਜਾਂ ਫਿਰ ਉਸ ਦਿਨ ਜਦੋਂ ਪਰਫਾਰਮ ਕੀਤਾ ਉਦੋਂ ਵੀ 1-2 ਮਿੰਟ ਅੱਗੇ ਚਲੇ ਇਹ ਗਏ? ਐਂਡ ਵਾਲੇ 1 ਦਿਨ ਪਹਿਲਾਂ ਦੀ ਤਿਆਰੀ ਸੀ 114 ਮਿੰਟ ਦੀ। ਅੱਛਾ। ਹਾਂ, ਫਿਰ ਉਹ ਬਸ ਨੈਕਸਟ ਡੇ ਵੀ ਉਨਾ ਹੀ ਰੱਖਿਆ। ਜੀ। ਜਦੋਂ ਨਾ ਆਪਾਂ ਸਟੇਜ ਤੇ ਪਰਫਾਰਮ ਕਰਨਾ ਹੁੰਦਾ ਇੱਕ ਦਿਨ ਪਹਿਲਾਂ ਜਾਂ ਫਾਈਨਲ ਦਿਨ ਹੁੰਦਾ, ਜਿਹੜਾ ਇੱਕ ਨਾ ਝੰਚਨਾਹਟ ਜੀ ਹੁੰਦੀ ਦਿਲ ਨੂੰ ਕਿ ਬਾਈ ਅੱਜ ਕੀ ਕਰਾਂਗੇ, ਕੀ ਕਰਾਂਗੇ। ਤੁਹਾਡੀ ਟੀਮ ਨੂੰ ਲੈ ਕੇ ਕੁਛ ਏਦਾਂ ਸੀਗਾ? ਬਈ ਮੈਂ ਤਾਂ ਇੱਕ ਹੁੰਦਾ ਨਾ ਭਰਾਵਾਂ ਵਾਂਗੂ ਹੀ ਰਹਿੰਦਾ ਸੀ ਉਹਨਾਂ ਨਾਲ, ਹੈਨਾ। ਪਰ ਰਾਤ ਨੂੰ ਗਾਲਾਂ ਕੱਢ ਕੇ ਸਵਾਤਾ ਸੀ, ਭਰਾਵਾ ਸੌਂ ਜਾ, ਸਵੇਰੇ ਬਹੁਤ ਜ਼ੋਰ ਲਾਉਣਾ। ਤੇ ਪਰ ਅੰਦਰ ਖਾਤੇ ਨੀਂਦ ਨਹੀਂ ਆਈ। ਜਿਹੜੇ ਅਸੀਂ ਸ਼ੁਰੂ ਤੋਂ ਲੱਗੇ ਹੋਏ ਸੀ, ਮੇਰਾ ਭਰਾ ਸੀਗਾ ਕਾਰਤਿਕ, ਹੈ ਨਾ, ਮਤਲਬ ਉਹਨੇ ਸਾਰਾ ਕੁਝ ਐਜ਼ ਅ ਕੰਪੋਜੀਸ਼ਨ ਦੇਖੀਆਂ ਉਹਦੀਆਂ ਜਿੰਨੀਆਂ ਵੀ ਗੀਤਕਾਰ, ਉਹ ਸਵੇਰੇ ਸਾਜਰੇ ਨਾ, ਉਹਨੂੰ ਆਦਤ ਹੈ ਵੰਜਲੀ ਵਜਾਉਣ ਦੀ, ਹੀਰ ਵਜਾਉਂਦਾ ਸਾਜਰੇ। ਵਾਹ। ਅੱਛਾ। ਤੇ ਉਹ ਬਾਹਰ ਬੈਠਾ ਪਾਰਕ 'ਚ ਤੇ ਸਾਜਰੇ 4:30-5 ਵਜੇ ਵਜਾ ਰਿਹਾ। ਤੇ ਨੀਂਦ ਤਾਂ ਮੈਨੂੰ ਵੀ ਨਹੀਂ ਸੀ ਆਈ ਹੋਈ, ਟੈਨਸ਼ਨ ਸੀਗੀ ਅੰਦਰੋਂ, ਹੈ ਨਾ, ਵੀ ਉਹ ਚੀਜ਼ ਇੱਕ ਕੰਪੀਟ ਕਰਨੀ ਹੈ, ਵੀ ਖਰਾਬ ਨਾ ਹੋ ਜੇ, ਕੁਝ 100 ਔਖੜਾ ਹੁੰਦੀਆਂ, ਹੈ ਨਾ। ਬਾਹਰ ਗਿਆ, ਬਸ ਉਹਦੇ ਨਾਲ ਉਹਦੀ ਹੀਰ ਸੁਣੀ ਗਿਆ, ਮਾਈਂਡ ਰਿਲੈਕਸ ਹੋਇਆ, ਫਿਰ ਦੇਖਿਆ ਵੀ ਯਾਰ ਰੱਬ ਦਾ ਨਾਂ ਲੈ ਕੇ ਸ਼ੁਰੂ ਕੀਤਾ, ਪਿੱਛੇ ਨਹੀਂ ਹਟਦੇ, ਹੁਣ ਤਾਂ ਕਰਕੇ ਹੀ ਹਟਾਂਗੇ। ਜੀ। ਦੇਖੋ ਅੰਦਰੋਂ ਖਾਤਰ ਦੇਖੋ ਡਰ ਹੋਣਾ ਜ਼ਰੂਰੀ ਵੀ ਹੈ ਸਟੇਜ ਤੇ। ਜੀ। ਜਦੋਂ ਆਪਾਂ ਰੱਬ ਤੋਂ ਡਰ ਕੇ ਨਹੀਂ ਚੜ੍ਹਦੇ ਨਾ, ਓਨਾ ਹੀ ਸੁੱਟਦਾ। ਬਿਲਕੁਲ। ਮੈਂ ਤਾਂ ਅੱਜ ਵੀ ਕੋਈ ਗੁਰੂ ਆ ਕੇ ਅੱਗੇ ਬਹਿ ਜੇ, ਆਪਾਂ ਉਹ ਸਟੂਡੈਂਟ ਬਣ ਕੇ ਬੈਠੀ ਵਾਹ। ਹੈ ਨਾ। ਕੋਈ ਵੀ ਆ ਜੇ, ਕੋਈ ਵੀ ਆਪਣਾ ਫੀਲਡ ਦੇ ਵਿੱਚੋਂ ਆ ਜੇ, ਮੈਂ ਐਜ਼ ਅ ਸਟੂਡੈਂਟ ਹੀ ਰਹੂੰਗਾ, ਹਮੇਸ਼ਾ ਉਵੇਂ ਹੀ ਰਹੂੰਗਾ, ਤਾਂ ਹੀ ਮੈਂ ਸਿੱਖ ਸਕਦਾ। ਜੇ ਮੈਂ ਹੀ ਉਸਤਾਦ ਬਣ ਗਿਆ ਫਿਰ ਮੈਂ ਸਿੱਖ ਨਹੀਂ ਸਕਦਾ, ਫਿਰ ਮੇਰਾ ਕੰਮ ਖਤਮ। ਬਿਲਕੁਲ। ਬਾਈ ਜੀ, ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਹਾਡਾ ਪ੍ਰੋਫੈਸ਼ਨਲ ਹੈ, ਉਹਦੇ ਵਿੱਚ ਤੁਸੀਂ ਕੋਈ ਅਕੈਡਮੀ ਵੀ ਖੋਲੀ ਹੈ ਭੰਗੜਾ ਸਿਖਾਉਣ ਵਾਲੀ? ਅਕੈਡਮੀ ਲਾਸਟ ਈਅਰ ਕੋਵਿਡ ਤੋਂ ਪਹਿਲਾਂ ਖੋਲੀ ਸੀ, ਲੇਕਿਨ ਕੋਵਿਡ ਇਸ਼ੂਜ਼ ਕਰਕੇ ਕਹਿ ਲਓ ਵੀ ਉਸ ਤੋਂ ਬਾਅਦ ਦੇਖੋ ਕੰਮ ਨਹੀਂ ਆਇਆ ਨਾ, ਤੇ ਉਹ ਮੈਂ ਸ਼ਟ ਡਾਊਨ ਕਰਤੀ ਸੀ। ਤੇ ਹੁਣ ਮੇਰੇ ਇੱਕ ਛੋਟੇ ਬ੍ਰਦਰ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਖੋਲੀ ਹੋਈ ਹੈ ਸੋਸਾਇਟੀ, ਸਾਡੇ ਸੋਸਾਇਟੀ ਦੇ ਨਾਂ ਤੋਂ ਹੀ ਹੈ। ਤੇ ਬਾਕੀ ਹੁਣ ਮੇਰਾ ਹੋਰ ਅਲੱਗ-ਅਲੱਗ ਮੈਂ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਕੰਮ ਕਰ ਰਿਹਾ ਜੀ। ਸੋ ਉਹਦੇ ਨਾਲ ਇਹ ਹੈ ਵੀ ਮੈਨੂੰ ਥੋੜਾ ਜਿਹਾ ਫਾਈਨੈਂਸ਼ੀਅਲ ਤੌਰ ਤੇ ਮੈਂ ਥੋੜਾ ਜਿਹਾ ਹੋਰ ਸਟਰੋਂਗ ਹੋ ਕੇ ਕੱਲ ਨੂੰ ਫੋਕ ਵਾਲੇ ਫੀਲਡ ਦੇ ਵਿੱਚ ਨਵੇਂ ਪ੍ਰੋਜੈਕਟਸ ਕ੍ਰੀਏਟ ਕਰ ਸਕਾਂ, ਕਿਉਂਕਿ ਫੋਕ ਦੇ ਵਿੱਚ ਕੰਮ ਤਾਂ ਹੀ ਨਹੀਂ ਹੋ ਪਾਉਂਦਾ ਕਿਉਂਕਿ ਫਾਈਨੈਂਸ਼ੀਅਲ ਸੈਕਟਰ ਨਹੀਂ ਕੰਮ ਕਰਦਾ। ਹੁਣ ਸਾਡੇ ਕੋਲ ਪਿੱਛੇ ਬੈਕਅਪ ਹੋਵੇ ਫਾਈਨਾਂਸ ਦਾ, ਅਸੀਂ ਕਿਉਂ ਨਹੀਂ ਕੰਮ ਕਰਾਂਗੇ? ਬਿਲਕੁਲ। ਸਰਕਾਰ ਵੱਲੋਂ ਕੋਈ ਮਦਦ ਨਹੀਂ ਕਦੀ ਆਈ? ਸਰ ਸਰਕਾਰ ਵੱਲੋਂ ਬਹੁਤ ਕੁਝ ਬਣਿਆ ਹੋਇਆ, ਨਾਰਥ ਈਸਟ ਕਲਚਰ ਸੈਂਟਰ ਹੈ, ਹੋਰ ਬਹੁਤ ਹੈ, ਲੇਕਿਨ ਉਹ ਆਮ ਲੋਕਾਂ ਤੱਕ ਨਹੀਂ ਪਹੁੰਚ ਪਾਉਂਦਾ, ਜਾਂ ਇਹ ਕਹਿ ਲਓ ਵੀ ਉਹਨਾਂ ਦੇ ਵਿੱਚ ਰੈਗੂਲੇਸ਼ਨਸ ਨਹੀਂ ਹੋ ਰਹੀਆਂ ਟਾਈਮ ਟੂ ਟਾਈਮ। ਹੁਣ ਉਹ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਦਿੱਤੇ ਜਾਂਦੇ ਸੀਗੇ ਆਪਣੀ ਮਹੀਨੇ ਦੀ ਸਕਾਲਰਸ਼ਿਪ ਜਾਂ ਸਾਲ ਦੀ, ਉਹ ਅੱਜ ਵੀ ਉਹੀ ਹੈ। ਹੁਣ 20 ਸਾਲ ਦੇ ਵਿੱਚ ਕਿੰਨੀ ਕੁ ਮਹਿੰਗਾਈ ਵੱਧ ਗਈ। ਸੋ ਅੱਜ ਦੇ ਟਾਈਮ 'ਚ ਦੇਖਿਆ ਜਾਵੇ 10-15 ਰੁਪਏ ਜਾਂ 100-200 ਰੁਪਏ ਉਹ ਕੀ ਕੰਮ ਕਰੂਗਾ? ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਯੂਨੀਵਰਸਿਟੀਜ਼ ਦੇ ਵਿੱਚ ਕੋਰਸ ਲੈ ਲੈਂਦੇ ਨੇ ਨਾ, ਪਰ ਉਸ ਤੋਂ ਬਾਅਦ ਅੱਗੇ ਫਿਊਚਰ ਨਹੀਂ ਉਹਨਾਂ ਨੂੰ ਦਿਖਦਾ ਕੋਈ ਵੀ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਇਸੇ ਹੀ ਫੀਲਡ ਦੇ ਵਿੱਚ ਫਿਊਚਰ ਬਣਾਉਣਾ ਹੈ ਤਾਂ ਕੀ ਕਰਨਾ ਚਾਹੀਦਾ? ਫਿਊਚਰ ਦੇਖੋ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਕਲਚਰ ਡਿਪਾਰਟਮੈਂਟ ਹੈ ਨਾ, ਬਟ ਹੁਣ ਥੋੜਾ ਜਿਹਾ ਉੱਥੇ ਵੀ ਕੰਮ ਘਟਿਆ ਹੋਇਆ। ਪਹਿਲਾਂ ਗਵਰਨਮੈਂਟ ਪੋਸਟ ਦੇ ਵਿੱਚ ਕਲਚਰ ਦੀ ਪੋਸਟ ਮਤਲਬ ਨੰਬਰ ਹੁੰਦੇ ਸੀ, ਐਕ੍ਰੀਡੇਸ਼ਨ ਲੱਗਦੀ ਸੀਗੀ, ਹੁਣ ਉਹ ਕੰਮ ਘਟ ਗਿਆ। ਹੁਣ ਕਾਫੀ ਅਲੱਗ-ਅਲੱਗ ਦੌੜ ਚੱਲ ਰਹੀ ਹੈ ਵੀ, ਕਿਉਂਕਿ ਕਲਚਰ ਵੀ ਸਪੋਰਟਸ ਦੇ ਨਾਲ ਹੀ ਜੁੜਦਾ ਜੀ। ਜਿੰਨਾ ਜ਼ੋਰ ਦੇਖੋ ਉੱਧਰ ਲੱਗਣਾ ਉਹ ਇੱਧਰ ਲੱਗਣਾ, ਬਰਾਬਰ ਹੀ ਹੈ। ਸੋ ਜਿੰਨੀ ਕੁ ਐਕ੍ਰੀਡੇਸ਼ਨ ਸਪੋਰਟਸ ਵਾਲੇ ਨੂੰ ਮਿਲਦੀ ਹੈ ਉਨੀ ਕੁ ਵੀ ਕਲਚਰ ਵਾਲੇ ਨੂੰ ਵੀ ਮਿਲੇ। ਕਾਫੀ ਹੁਣ ਕੋਵਿਡ ਤੋਂ ਬਾਅਦ ਕੰਮ ਚੱਲ ਰਿਹਾ ਤੇ ਮੈਂ ਵੀ ਉਹਦਾ ਹਿੱਸਾ ਬਣਿਆ ਹੋਇਆ, ਤੇ ਕਾਫੀ ਕੁਝ ਇਸ ਸਾਲ ਦੇ ਐਂਡ ਤੱਕ ਕਾਫੀ ਕੁਝ ਅੱਗੇ ਆਊਗਾ। ਮਤਲਬ ਪੰਜਾਬ ਗਵਰਨਮੈਂਟ ਤੋਂ ਦੇਖੋ ਹੁਣ ਸਰਕਾਰਾਂ ਨੂੰ ਵੀ ਆਪਾਂ ਨੂੰ ਵੀ ਪਤਾ ਵੀ ਕੀ ਚੱਲ ਰਿਹਾ, ਕਿਸਾਨਾਂ ਕਰਕੇ ਹੱਲੇ ਝੋਲੇ ਚੱਲ ਰਹੇ ਆ, ਹੈ ਨਾ, ਜਾਂ ਸਰਕਾਰਾਂ ਕੋਲ ਵੀ ਟੈਕਸ ਨਹੀਂ ਆ ਰਿਹਾ ਤਾਂ ਉਹ ਵੀ ਕਿੱਥੋਂ ਦੇਣ, ਉਹ ਵੀ ਆਪਣੀ ਥਾਂ ਜਾਇਜ਼ ਹੈ। ਬਾਕੀ ਹੁਣ ਕਲਚਰ ਵਾਲਿਆਂ ਨੂੰ ਆਪ ਹੀ ਨਵੀਆਂ ਚੀਜ਼ਾਂ ਕ੍ਰੀਏਟ ਕਰਨੀਆਂ ਪੈਣਗੀਆਂ ਤਾਂ ਕਿ ਘਰ ਚੱਲ ਸਕਣ। ਬਿਲਕੁਲ ਰਲ ਮਿਲ ਕੇ ਹੀ ਕਰਨਾ ਪੈਣਾ, ਨਵੀਆਂ ਚੀਜ਼ਾਂ ਕ੍ਰੀਏਟ ਹੋਣ ਤਾਂ ਇਹ ਘਰ ਚੱਲਣਗੇ, ਨਹੀਂ ਤਾਂ ਦੇਖੋ ਕਲਾ ਵੀ ਤਾਂ ਹੀ ਬਚੂ ਜੇ ਕਲਾਕਾਰ ਬਚੂ। ਬਿਲਕੁਲ ਹੈ ਨਾ। ਤੇ ਕੀ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੇ ਉਪਰਾਲੇ ਕਰਨੇ ਚਾਹੀਦੇ ਨੇ? ਉਪਰਾਲੇ ਇਹ ਤਾਂ ਵੀ ਇੱਕ ਤਾਂ ਨਵੀਆਂ ਚੀਜ਼ਾਂ ਕ੍ਰੀਏਟ, ਇਹ ਹੈ ਵੀ ਇੱਕ ਤਾਂ ਕਲਚਰ ਸੈਂਟਰ ਖੋਲ੍ਹਣ। ਜਦੋਂ ਮੈਂ ਅਬਰੋਡ ਦੇ ਵਿੱਚ ਗਿਆ ਮੈਂ ਉੱਥੇ ਇਹੀ ਦੇਖਿਆ ਵੀ ਹਰੇਕ ਸ਼ਹਿਰ ਦਾ ਆਪਣਾ ਇੱਕ ਕਲਚਰ ਸੈਂਟਰ ਹੈ, ਤੇ ਜਿੰਨੇ ਵੀ ਉੱਥੇ ਆਪਣੇ ਲੋਕੀ ਨੇੜੇ ਤੇੜੇ ਰਹਿੰਦੇ ਆ ਕਲਚਰ ਦੇ ਨਾਲ ਜੁੜਦੇ ਆ,
ਉਹ ਉੱਥੇ ਰੋਜ਼ ਜਾਂ ਹਫ਼ਤੇ 'ਚ ਇੱਕ ਵਾਰੀ ਹਾਜ਼ਰੀ ਲਾਉਣੀ ਹੈ। ਉਹਨਾਂ ਨੂੰ ਕੰਮ ਵੰਡ ਦਿੰਦੇ ਆ ਵੀ ਆਹ ਕੰਮ ਤੁਹਾਡਾ, ਆਹ ਕੰਮ ਤੁਹਾਡਾ। ਮੈਨੂੰ ਯਾਦ ਹੈ ਜਦੋਂ ਅਸੀਂ ਉੱਥੇ ਗਏ ਆ, ਉਹ 3-4 ਕਲਚਰ ਸੈਂਟਰ ਇਕੱਠੇ ਹੋ ਗਏ। ਇੱਕ ਜਗ੍ਹਾ ਤੇ ਰਹਿਣ ਦਾ ਕਰਤਾ, ਇੱਕ ਜਗ੍ਹਾ ਤੇ ਖਾਣ ਦਾ ਕਰਤਾ, ਇੱਕ ਜਗ੍ਹਾ ਪਰਫਾਰਮ ਕਰਤਾ, ਰਲ ਮਿਲ ਕੇ ਕੰਮ ਹੋਇਆ। ਸੋ ਜਦੋਂ ਪੰਜਾਬ ਦੇ ਵਿੱਚ ਇੰਨੇ ਕਲਚਰ ਸੈਂਟਰ ਹੋਣਗੇ, ਪਰਫਾਰਮੈਂਸ ਵਾਸਤੇ ਵੀ ਜਗ੍ਹਾ, ਫੈਸਟੀਵਲ ਵਾਸਤੇ ਵੀ ਜਗ੍ਹਾ। ਆਮ ਲੋਕੀ ਜਿਵੇਂ ਹੁਣ ਅਕੈਡਮੀ ਖੋਲਦੇ ਆ ਜਾਂ ਕੁਝ ਵੀ ਵਰਕਸ਼ਾਪਸ ਲਾਉਂਦੇ ਆ, ਉਹਨਾਂ ਕੋਲ ਜਗ੍ਹਾ ਦੀ ਪ੍ਰੋਬਲਮ ਹੁੰਦੀ ਹੈ, ਰੈਂਟ ਦੀ। ਉਹ ਜਦੋਂ ਕਲਚਰ ਸੈਂਟਰ ਹੋਣਗੇ ਫਿਰ ਉੱਥੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਉਹ ਆਪਣੀ ਖਰਚਾ ਖਤਮ, ਕਮਾਈ ਸ਼ੁਰੂ, ਰੋਜੀ ਰੋਟੀ ਸ਼ੁਰੂ ਹੋ ਗਈ। ਬਿਲਕੁਲ। ਸੋ ਹਰੇਕ ਸ਼ਹਿਰ ਦੇ ਵਿੱਚ ਦੇਖੋ, ਪਹਿਲਾਂ ਤਾਂ ਇਹ ਹੈ, ਹੁਣ ਕਲਚਰ ਸੈਂਟਰ ਖੁੱਲੂਗਾ ਤਾਂ ਉੱਥੇ ਜੌਬਸ ਵੀ ਕ੍ਰੀਏਟ ਹੋਣਗੀਆਂ। ਜੌਬਸ ਕ੍ਰੀਏਟ ਹੋਣਗੀਆਂ, ਉਹ ਕਿਹਨਾਂ ਨੂੰ ਮਿਲਣਗੇ? ਕਲਚਰ ਵਾਲਿਆਂ ਨੂੰ। ਬਿਲਕੁਲ। ਸੋ ਐ ਰਲ ਮਿਲ ਕੇ ਸਾਰਾ ਕੁਝ ਚੱਲਣਾ। ਥੋੜਾ ਜਿਹਾ ਹੰਬਲਾ ਸਰਕਾਰ ਨੂੰ ਵੀ ਮਾਰਨਾ ਪੈਣਾ, ਥੋੜਾ ਜਿਹਾ ਹੰਬਲਾ ਕਲਚਰ ਵਾਲਿਆਂ ਨੂੰ ਵੀ ਮਾਰਨਾ ਪੈਣਾ। ਫੇਰ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਬਚ ਸਕਦਾ ਕਿਉਂਕਿ ਹੁਣ ਤੱਕ ਔਨ ਪੇਪਰ ਕਲਚਰ ਵਾਲੇ ਨਹੀਂ ਆਏ ਸੀ। ਸੋ ਹੁਣ ਆਉਣਾ ਸ਼ੁਰੂ ਹੋਏ ਆ। ਮਤਲਬ ਇਹ ਗੱਲ ਵੀ 2 ਜਾਂ 3 ਮਹੀਨੇ ਤੱਕ ਤੁਹਾਨੂੰ ਖੁਸ਼ਖਬਰੀਆਂ ਮਿਲਣਗੇ ਵੀ ਔਨ ਪੇਪਰ ਆ ਗਈ। ਪੂਜਾ ਜੀ, ਮੈਨੂੰ ਲੱਗਦਾ ਕਿ ਦਰਸ਼ਕਾਂ ਦੇ ਹਨਾ ਇੱਕ ਦਿਲ ਦੇ ਵਿੱਚ ਗੱਲ ਹੋਣੀ ਕਿ ਆਹ ਜਿਹੜੀ ਇੱਥੇ ਕਿਤਾਬ ਆ ਕਿਉਂ ਪਈ ਆ। ਜੀ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਇਹ ਦਿਖਾਉਣੀ ਚਾਹੂੰਗਾ, ਸਾਂਝੇ ਪੰਜਾਬ ਦੇ ਲੋਕ ਨਾਚ। ਇਹੀ ਉਹ ਕਿਤਾਬ ਹੈ ਜੋ ਬਾਈ ਜੀ ਹੋਰਾਂ ਵੱਲੋਂ ਲਿਖੀ ਗਈ ਹੈ। ਤੇ ਹੁਣ ਆਪਾਂ, ਮੈਨੂੰ ਲੱਗਦਾ ਕਿ ਕਿਤਾਬ ਦੇ ਬਾਰੇ ਗੱਲ ਕਰੀਏ। ਜੀ ਕਿਤਾਬ ਦੇ ਬਾਰੇ ਜ਼ਰੂਰ ਗੱਲ ਕਰਾਂਗੇ। ਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਮਦਰ ਵੀ ਖੁਦ ਇਸ ਹੀ ਫੀਲਡ ਦੇ ਵਿੱਚ ਇੰਟਰਸਟਿਡ ਨੇ ਔਰ ਕਰਦੇ ਵੀ ਪਏ ਨੇ ਕੰਮ, ਹੈ ਨਾ। ਤੇ ਇਹ ਜਿਹੜਾ ਕਿਤਾਬ ਲਿਖਣ ਦਾ ਸਬੱਬ ਹੈ, ਇਹ ਕਿਵੇਂ ਬਣਿਆ ਫਿਰ? ਸਬੱਬ ਮੈਂ ਤੁਹਾਨੂੰ ਦੱਸਿਆ ਵੀ ਉਸ ਟਾਈਮ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਫ੍ਰੀ ਹੋ ਕੇ ਆਇਆ ਸੀਗਾ, ਤੇ ਉਹ ਕੰਮ ਕਰ ਰਹੀ ਸੀ ਲਿਟਰੇਚਰ ਤੇ ਉਹ ਉਹਨਾਂ ਨੂੰ ਦੇਖ ਕੇ ਇੱਕ ਮੈਨੂੰ ਵੀ ਹੋਇਆ ਯਾਰ ਵੀ ਇਹ ਇੰਨਾ ਹੰਡੇ ਹੋਏ ਆ ਇਹ ਚੀਜ਼ਾਂ ਚੋਂ, ਹੈ ਨਾ। ਤੇ ਹੁਣ ਉੱਥੇ ਹੋਰ ਵੀ ਕਿੰਨੇ ਫੋਕਲੋਰ ਦੀਆਂ ਕਿਤਾਬਾਂ ਪਈਆਂ ਸੀ, ਵਣਜਾਰਾ ਬੇਦੀ ਹੋਏ, ਹੈ ਨਾ, ਕਿੰਨੇ ਹੋਏ। ਤੇ ਉੱਥੋਂ ਲੱਗੇ ਵੀ ਇਹ ਚੀਜ਼ਾਂ ਦੀ ਲੋੜ ਹੈ, ਮੈਂ ਵੀ ਟਰਾਈ ਕਰ ਸਕਦਾ। ਸੋ ਇਹਦੀ ਕਿਤਾਬ ਦੇ ਵਿੱਚ ਦੇਖੋ, ਮੈਂ ਲਿਖਣ ਵਾਲੇ ਪਾਸੇ ਨਹੀਂ ਸੀ ਇੰਨਾ ਨਾ, ਵੀ ਇਹ ਸੀ ਵੀ ਚਲੋ ਪ੍ਰੈਕਟੀਕਲ ਤੌਰ ਤੇ ਪਤਾ ਸੀ ਕਿਹੜੀ ਚੀਜ਼ ਕਿਵੇਂ ਹੁੰਦੀ ਹੈ, ਜਾਂ ਸਿੱਖ ਰਹੇ ਸੀ ਜਾਂ ਸਿੱਖਦੇ ਆ। ਹੁਣ ਉਹ ਚੀਜ਼ ਜਦੋਂ ਸ਼ੁਰੂ ਕੀਤੀ, ਮੰਮਾ ਨਾਲ ਡਿਸਕਸ ਕੀਤਾ ਵੀ ਮੈਂ ਲਿਖਣਾ ਹੈ। ਕਹਿੰਦੇ ਵੀ ਤੂੰ ਆਪਣਾ ਟੌਪਿਕ ਚੂਜ਼ ਕਰ, ਹੈਲਪ ਮੈਂ ਕਰੂੰਗੀ। ਮੈਂ ਕਿਹਾ ਠੀਕ ਹੈ। ਫਿਰ ਉਸ ਤੋਂ ਬਾਅਦ ਮਟੀਰੀਅਲ ਇਕੱਠਾ ਕਰਨਾ ਸ਼ੁਰੂ ਕੀਤਾ ਫੋਕ ਡਾਂਸਿਸ ਦਾ। ਹੁਣ ਜਿੱਧਰ ਨੂੰ ਕੰਮ ਕਰ ਰਹੇ ਉੱਧਰ ਨੂੰ ਛੇਤੀ ਹੋਊਗਾ, ਲਿੰਕ ਜ਼ਿਆਦਾ ਹੋਣਗੇ। ਹੌਲੀ ਹੌਲੀ ਸ਼ੁਰੂ ਕੀਤਾ। ਫਿਰ ਮੈਂ ਉਦੋਂ ਪਹਿਲੇ ਦਿਨ ਇੰਨਾ ਕੁ ਸੋਚ ਲਿਆ ਸੀ, ਜਦੋਂ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਪਹਿਲਾਂ ਪੜ੍ਹਾਂਗੇ ਤਾਂ ਲਿਖਾਂਗੇ। ਜਦੋਂ ਪੜ੍ਹਨੀਆਂ ਸ਼ੁਰੂ ਕੀਤੀਆਂ, ਕਈ ਰਾਈਟਰਸ ਨੇ ਨਾ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਥੋੜ੍ਹੀ ਜਿਹੀ ਔਖੀ ਲੈਂਗੁਏਜ ਲਿਖੀ ਹੋਈ ਸੀ। ਦੇਖੋ, ਜੋ ਗੱਲ ਆਪਾਂ ਨਾਰਮਲ ਭਾਸ਼ਾ 'ਚ ਕਰ ਸਕਦੇ ਹਾਂ, ਉਹਨੂੰ ਕਿਉਂ ਔਖਾ ਕਹਿਣਾ? ਕਿਉਂਕਿ ਹਰ ਕੋਈ ਬੰਦਾ ਪੜ੍ਹ ਸਕਦਾ। ਹਾਂ, ਭਾਸ਼ਾ ਇੱਕ ਇਹ ਹੁੰਦਾ ਵੀ ਪਹਿਲਾਂ ਔਖੀ ਹੁੰਦੀ ਹੈ, ਹੌਲੀ ਹੌਲੀ ਉਹ ਟਾਈਮ ਦੇ ਹਿਸਾਬ ਨਾਲ ਸਰਲ ਹੁੰਦੀ ਜਾਂਦੀ ਹੈ। ਕਿਸੇ ਟਾਈਮ ਦੀ ਅੱਜ ਗੁਰਮੁਖੀ ਸੀ, ਅੱਜ ਹੌਲੀ ਹੌਲੀ ਸ਼ਾਹਮੁਖੀ ਤੋਂ ਗੁਰਮੁਖੀ ਆਈ, ਹੌਲੀ ਹੌਲੀ ਸਰਲ ਹੁੰਦੀ ਜਾ ਰਹੀ ਹੈ। ਸੋ ਮੈਂ ਕਿਤਾਬ ਦੇ ਵਿੱਚ ਉਹ ਟਰਾਈ ਕੀਤੀ ਹੈ ਵੀ ਜਿਵੇਂ ਆਪਾਂ ਆਮ ਗੱਲਾਂ ਕਰਦੇ ਹਾਂ ਉਸ ਤਰ੍ਹਾਂ ਹੀ ਲਿਖਾਂ, ਤਾਂ ਕਿ ਜਿਹੜਾ ਪੜ੍ਹੇ ਉਹਨੂੰ ਇੱਕ ਵਾਰ ਪੜ੍ਹ ਕੇ ਉਹਦੇ ਦਿਮਾਗ 'ਚ ਪੈ ਜੇ, ਉਹਨੂੰ ਬਾਰ-ਬਾਰ ਪੜ੍ਹਨੀ ਨਾ ਪਵੇ, ਇੱਕ ਉਹਨੂੰ ਸਿਲੇਬਸ ਨਾ ਬਣੇ, ਇੱਕ ਉਹਦਾ ਸ਼ੌਂਕ ਬਣੇ ਪੜ੍ਹਨਾ। ਕਿਉਂਕਿ ਉਹਨੂੰ ਛੇਤੀ ਸਮਝ ਆਊਗਾ, ਉਹਦੀ ਚਿਣਕ ਜ਼ਿਆਦਾ ਲੱਗੂਗੀ। ਫਿਰ ਹੌਲੀ ਹੌਲੀ ਫੋਕ ਡਾਂਸਿਸ ਦਾ ਕੰਮ ਸ਼ੁਰੂ ਕੀਤਾ। ਕਈ ਜਿਵੇਂ ਵਣਜਾਰਾ ਬੇਦੀ, ਡਾਕਟਰ ਨਾਹਰ ਸਿੰਘ, ਕਿੰਨੇ ਹੀ ਆ ਆਪਣੇ ਪੰਜਾਬ ਦੇ ਫੋਕਲੋਰ ਵਾਲੇ ਜਿਨ੍ਹਾਂ ਨੇ ਕੰਮ ਕੀਤਾ ਹੋਇਆ, ਉਹਨਾਂ ਨੂੰ ਪੜ੍ਹਿਆ। ਫਿਰ ਥੋੜਾ ਜਿਹਾ ਫੀਲਡ ਵਰਕ ਦੇ ਵਿੱਚ ਜਿੰਨਾ ਕੁ ਸੀਗੇ, ਉਹਨਾਂ ਵੱਡੇ ਉਸਤਾਦਾਂ ਨੂੰ ਮਿਲਿਆ, ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਆਪੇ ਲਿਖੀ ਗਿਆ। ਫਿਰ ਉਸ ਤੋਂ ਬਾਅਦ ਜੋ ਕੁਛ ਉਹਦੀਆਂ ਗਲਤੀਆਂ ਸੀ ਜਾਂ ਕਰੈਕਸ਼ਨ ਨਹੀਂ ਸੀ ਇਹਨਾਂ ਵੱਲ ਪਤਾ, ਉਹ ਮਦਰ ਤੋਂ ਠੀਕ ਕਰਾ ਲੈਣਾ। ਫਿਰ ਹੌਲੀ ਹੌਲੀ ਇੱਕ ਲਿਮਿਟ ਆ ਗਈ, ਇਸ ਤੋਂ ਬਾਅਦ ਕੀ, ਇਹ ਤਾਂ ਖਤਮ, ਥੋੜੇ ਜਿਹੇ ਰਹਿ ਗਏ, ਤਾਂ ਪੰਜਾਬ ਦੇ ਸੁਣੇ ਤਾਂ ਜ਼ਿਆਦਾ ਹੋਏ ਆ। ਫਿਰ ਕੰਮ ਬਣਿਆ ਲਹਿੰਦੇ-ਵੱਲ ਦਾ। ਪਹਿਲਾਂ ਸਿਰਫ ਮੈਂ ਪੰਜਾਬ ਦੇ ਲੋਕ ਨਾਚ ਕੀਤੇ ਸੀ, ਹੈ ਨਾ। ਫਿਰ ਪੰਜਾਬ ਤੋਂ ਬਾਅਦ ਕੀਤਾ ਸਾਂਝੇ ਪੰਜਾਬ। ਤੇ ਸਾਂਝੇ ਪੰਜਾਬ ਦੇ ਵੱਲ ਤੁਸੀਂ ਕਿੱਦਾਂ ਤੁਰੇ, ਇਹ ਗੱਲ ਕਰਦੇ ਹਾਂ, ਕਿਉਂਕਿ ਸਮਾਂ ਇੱਥੇ ਜਿਹੜਾ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ, ਤੇ ਸਾਡੇ ਅੱਜ ਦੇ ਮਹਿਮਾਨ ਨੇ ਅਰਸ਼ਦੀਪ ਸਿੰਘ ਬੈਂਸ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਗੱਲ ਚੱਲ ਰਹੀ ਸੀ ਲੋਕ ਨਾਚਾਂ ਦੀ। ਤੁਸੀਂ ਉਸ ਦੇ ਉੱਤੇ ਕਿਤਾਬ ਇੱਕ ਲਿਖੀ ਹੈ, ਤੇ ਉਹਦੇ ਵਿੱਚ ਕਿੰਨੇ ਲੋਕ ਨਾਚ ਲਿਖੇ ਨੇ ਤੇ ਕਿਹੜੇ-ਕਿਹੜੇ ਨੇ? ਇਸ ਕਿਤਾਬ ਦੇ ਵਿੱਚ ਟੋਟਲ 42 ਲੋਕ ਨਾਚ ਆ ਜੀ, ਤੇ ਸਾਂਝੇ ਪੰਜਾਬ ਦੇ। ਇਹ ਉਹ ਟਾਈਮ ਮੈਂ ਚੱਕਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਸੀ। ਅੱਛਾ। ਕਿਉਂਕਿ ਅਸਲ ਪੰਜਾਬ ਦੇਖੋ ਉਹਨੂੰ ਹੀ ਕਿਹਾ ਜਾਂਦਾ। ਸੋ ਇਹਦੇ ਵਿੱਚ ਜੇ ਮੈਂ ਡਿਵਾਈਡ ਕਰਕੇ ਦੱਸਾਂ, ਕਈ ਤਾਂ ਕੀਤਿਆਂ ਦੇ ਹਿਸਾਬ ਨਾਲ ਵੀ ਜਿਹੜੇ ਕੰਮ ਹੁੰਦੇ ਸੀ ਉਹਨਾਂ ਦੇ ਨਾਲ ਜੁੜ ਜਾਂਦੇ ਆ, ਕਈ ਧਾਰਮਿਕ ਚੀਜ਼ਾਂ ਦੇ ਨਾਲ ਜੁੜ ਜਾਂਦੇ ਆ,
ਹੈਨਾ, ਕਈ ਅਲੱਗ-ਅਲੱਗ ਜੋੜੇ ਆ ਇਹਦੇ ਵਿੱਚ, ਕਈ ਆਮ ਜਿਹੜੇ ਸੀਗੇ। ਹੁਣ ਭੰਗੜੇ ਦੀ ਗੱਲ ਕਰੀਏ, ਭੰਗੜਾ ਇਸ ਚੀਜ਼ ਕਰਕੇ ਉੱਪਰ ਆ ਗਿਆ, ਸਾਰੀਆਂ ਚੀਜ਼ਾਂ 'ਚੋਂ ਥੋੜ੍ਹੀ ਚੀਜ਼ਾਂ ਚੱਕ ਲਈਆਂ, ਬੈਸਟ ਪਾਰਟ ਕੱਢ ਲਏ, ਭੰਗੜੇ 'ਚ ਜੁੜ ਗਏ। ਅੱਜ ਤਾਂ ਭੰਗੜੇ ਦਾ ਨਾਮ ਪਹਿਲਾਂ ਵੱਜਦਾ। ਹੁਣ ਜਿਹੜੇ ਹੋਰ ਲੋਕ ਨਾਚ ਆ, ਝੂਮਰ, ਸੰਮੀ, ਡੰਡਾਸ, ਜਿੰਨੇ ਵੀ ਆ, ਉਹ ਸਾਰੇ ਇਹਦੇ ਵਿੱਚ ਇਨਕਲੂਡ ਕੀਤੇ ਆ। ਜਿੰਨੀ ਵੀ ਨੌਲੇਜ ਸਾਡੇ ਉਸਤਾਦਾਂ ਨੂੰ ਸੀ, ਜਾਂ ਜਿਨ੍ਹਾਂ ਨੇ PhDਆਂ ਕੀਤੀਆਂ ਹੋਈਆਂ, ਰਿਸਰਚ ਕੀਤੀ ਹੈ। ਹੁਣ ਤੁਸੀਂ ਗੱਲ ਕਰ ਰਹੇ ਸੀ ਲਹਿੰਦੇ ਪੰਜਾਬ ਦੀ, ਵੀ ਉੱਧਰੋਂ ਕਿਵੇਂ ਸਬੱਬ ਬਣਿਆ ਇਸ ਚੀਜ਼ ਦਾ। ਹੁਣ ਇੱਧਰਲਾ ਤਾਂ ਸਾਰਾ ਹੋ ਗਿਆ ਸੀ, ਜਿੰਨਾ ਵੀ ਮਿਲ ਗਿਆ ਸੀ ਮਟੀਰੀਅਲ, ਹੈ ਨਾ। ਹੁਣ ਇੱਧਰ ਆਪਣੇ ਚੜ੍ਹਦੇ ਵੱਲ ਥੋੜ੍ਹੇ ਜਿਹੇ ਜਿਹੜੇ ਨਵੇਂ ਉੱਠੇ ਸੀ ਆਪਣਾ ਫੋਕ ਡਾਂਸਿਸ, ਥੋੜ੍ਹੇ ਘੱਟ ਸੀ। ਕਿਉਂਕਿ ਇੱਕ ਤਾਂ ਗਿੱਧਾ ਹੋਇਆ, ਮਲਵਈ ਗਿੱਧਾ ਹੋਇਆ, ਜਾਗਰਣਾ ਹੋਇਆ, ਇਹ ਥੋੜ੍ਹੇ ਜਿਹੇ ਇਹੀ ਮਾਲਵੇ 'ਚ ਇਹਨਾਂ ਦਾ ਪ੍ਰਭਾਵ ਜ਼ਿਆਦਾ ਸੀ। ਕਿਉਂਕਿ ਉਸ ਟਾਈਮ ਜਿਹੜਾ ਮਾਝੇ ਵਾਲਾ ਏਰੀਆ, ਅੰਮ੍ਰਿਤਸਰ, ਡੇਰਾ ਬਾਬਾ ਨਾਨਕ, ਇਹ ਉੱਧਰਲੇ ਗਿਣਿਆ ਜਾਂਦਾ ਸੀ। ਸੋ ਉੱਧਰਲੇ ਏਰੀਏ 'ਚ ਜ਼ਿਆਦਾ, ਮਤਲਬ ਕਿਉਂਕਿ ਉੱਧਰੋਂ ਇਹ ਵੀ ਉੱਧਰੋਂ ਜਿੰਨੀ ਕਮਿਊਨਿਟੀਜ਼ ਜ਼ਿਆਦਾ ਬੈਠਣਗੀਆਂ ਆਪਣੇ ਵਿੱਚ ਆ ਕੇ, ਉਨੇ ਡਾਂਸਿਸ ਜ਼ਿਆਦਾ ਹੋਣਗੇ ਜੀ। ਹੁਣ ਅੱਜ ਦੇ ਟਾਈਮ ਦੀ ਗੱਲ ਕਰ ਲਈਏ, ਚੰਡੀਗੜ੍ਹ ਦੇ ਵਿੱਚ ਕਿੰਨੀ ਤਰ੍ਹਾਂ ਦੀ ਕਮਿਊਨਿਟੀਜ਼ ਬੈਠੀਆਂ, ਉਹਨਾਂ ਕਲਚਰ ਡਿਫਰੈਂਟ। ਪੰਜਾਬ ਇੱਕ ਇਹੋ ਜਿਹਾ ਰਾਜ ਰਿਹਾ ਜਿੱਥੇ ਅਲੱਗ-ਅਲੱਗ ਕਮਿਊਨਿਟੀਜ਼ ਆਉਂਦੀਆਂ ਰਹੀਆਂ ਜੀ, ਅਫਗਾਨਿਸਤਾਨ ਤੋਂ ਵੀ ਆਈਆਂ ਜੀ, ਹੈ ਨਾ। ਜਿਹੜਾ ਵੀ ਇੱਥੋਂ ਰਾਜ ਲੰਘਦਾ ਸੀ ਪਹਿਲਾਂ ਪੰਜਾਬ ਦੇ ਵਿੱਚ ਰਹਿੰਦਾ ਸੀ। ਹੁਣ ਅੱਜ ਦੇ ਟਾਈਮ ਵਾਂਗੂ ਤਾਂ ਹੈ ਨਹੀਂ ਵੀ ਗੱਡੀ ਚੱਕੀ ਤੇ ਇੱਕ ਦਿਨ 'ਚ ਲੰਘ ਗਏ। ਉਹ ਪਹਿਲਾਂ ਇੱਥੇ ਆ ਕੇ ਡੇਰੇ ਲਾਉਂਦੇ ਹੁੰਦੇ ਸੀ, ਥੋੜਾ ਟਾਈਮ ਰਹਿੰਦੇ ਹੁੰਦੇ ਸੀ, ਫਿਰ ਉਹ ਜੋ ਉਹਨਾਂ ਦਾ ਕਲਚਰ ਉਹ ਪ੍ਰਭਾਵ ਛੱਡਦਾ ਸੀ, ਉਹ ਹੌਲੀ-ਹੌਲੀ ਉਹ ਡਿਸਟਰੀਬਿਊਟ ਹੋ ਜਾਂਦਾ ਸੀ ਜੀ। ਹੁਣ ਬਾਕੀ ਜਿਹੜੇ ਡਾਂਸਿਸ ਆ, ਉਹ ਜਗ੍ਹਾ ਦੇ ਹਿਸਾਬ ਨਾਲ ਵੀ ਮਾਹੌਲ ਬਣਿਆ ਹੋਇਆ। ਇੱਕ ਹੁਣ ਮੇਰਾ ਪਰਸਨਲ ਤੌਰ ਤੇ ਮੈਂ ਫੇਵਰੇਟ ਦੱਸਾਂ, ਇੱਕ ਚਿਤਰਾਲੀ ਡਾਂਸ ਹੈ। ਅੱਛਾ, ਉਹ ਜਿਹੜਾ ਪਾਕਿਸਤਾਨ ਦਾ ਖਿਲਕਤ ਵਾਲਾ ਏਰੀਆ, ਗਿਲਗਿਤ ਵਾਲਾ, ਜਦੋਂ ਉੱਪਰਲਾ ਪਾਸਾ ਜਿਹੜਾ ਆਪਣਾ ਪਾਕਿਸਤਾਨ ਦਾ, ਜਿੱਥੇ ਪਹਾੜੀ ਏਰੀਆ ਆਪਣਾ ਜੰਮੂ ਕਸ਼ਮੀਰ ਦਾ ਉੱਧਰਲਾ ਪਾਸਾ ਕਹਿ ਲਈਏ, ਹੈ ਨਾ, ਪਾਕਿਸਤਾਨ ਦਾ, ਉੱਥੇ ਇੱਕ ਨਾਚ ਹੈ ਚਿਤਰਾਲੀ, ਜਗ੍ਹਾ ਦਾ ਨਾਂ ਚਿਤਰਾਲੀ ਹੈ, ਉੱਥੋਂ ਹੀ ਉਹਦਾ ਨਾਮ ਪਿਆ ਹੋਇਆ। ਉਹ ਨੱਚਦੇ ਕਿਵੇਂ, ਜਿਹੜੀਆਂ ਉੱਥੇ ਆਪਣੀਆਂ ਗੱਲ ਕਰਦੇ ਆ ਕਬੂਤਰ ਉੱਡਦੇ ਹੁੰਦੇ ਜਾਂ ਪੰਛੀ ਉੱਡਦੇ ਆ, ਉਹ ਡਾਰਾ ਬਣਾ ਕੇ ਨਹੀਂ ਉੱਡਦੇ, ਕਦੇ 2 ਉੱਡਦੇ ਆ, ਕਦੇ 4 ਉੱਡਦੇ ਆ, ਕਦੇ ਪੂਰੀ ਡਾਰ ਉੱਡਦੀ ਹੈ। ਉਹ ਚਿਤਰਾਲੀ ਡਾਂਸ ਉਹਨਾਂ ਤੇ ਹੀ ਹੈ। ਜੇ ਉਹ ਡਾਰ ਉੱਡਦੀ ਹੈ, ਉਹ 2 ਜਣੇ ਨਿਕਲ ਕੇ ਡਾਰ ਵਾਂਗੂ ਨੱਚਦੇ ਆ, ਉਹ 4 ਫਿਰ ਉਹ 4 ਆਉਂਦੇ ਆ, ਫਿਰ ਉਹ ਇਕੱਠੇ ਗੋਲ, ਜਿਵੇਂ ਡਾਰ ਨਿਕਲਦੀ ਹੈ, ਤਿਕੋਣੀ ਡਾਰ ਬਣਦੀ ਹੈ, ਉਹ ਉਹੀ ਚੀਜ਼ਾਂ ਜਿੰਨੇ ਪੰਜਾਬ ਦੇ ਲੋਕ ਨਾਚ ਹੈ ਆਪਣੀ ਨੈਚੁਰਲ ਚੀਜ਼ਾਂ ਨਾਲ ਹੀ ਜੁੜੇ ਹੋਏ ਆ। ਕੋਈ ਫਸਲਾਂ ਦੀ ਗੱਲ ਕਰਦਾ, ਕੋਈ ਪਾਣੀਆਂ ਦੀ ਗੱਲ ਕਰਦਾ, ਕੋਈ ਪੰਛੀਆਂ ਦੀ ਗੱਲ ਕਰਦਾ, ਇਹ ਸਾਰੇ ਇਕੱਠੇ ਹੀ ਹੈ। ਜ਼ਿਆਦਾ ਜਿਹੜੇ ਲੋਕ ਨਾਚ ਉਹ ਪੰਜਾਬ ਵੱਲ ਦੇ ਜਾਂ ਲਹਿੰਦੇ ਪੰਜਾਬ ਵੱਲ ਦੇ ਆ? ਜ਼ਿਆਦਾ ਜਿਹੜੇ ਉੱਭਰੇ ਆ ਉਹ ਤਾਂ ਲਹਿੰਦੇ ਵੱਲ ਉੱਭਰੇ ਆ, ਬਟ ਉਹ ਹੌਲੀ-ਹੌਲੀ ਆਪਣੇ ਵੱਲ ਵੀ ਮਾਈਗ੍ਰੇਟ ਹੋ ਗਏ। ਦੇਖੋ ਨੱਚੇ ਇੱਧਰ ਵੀ ਉਨੇ ਹੀ ਜਾਂਦੇ, ਉੱਧਰ ਵੀ ਉਨੇ ਹੀ ਜਾਂਦੇ ਹਾਂ, ਬਟ ਇਹ ਵੀ ਉੱਧਰੋਂ ਆਗਾਜ਼ ਜ਼ਿਆਦਾ ਹੋਇਆ ਉਹਨਾਂ ਲੋਕ ਨਾਚਾਂ ਦਾ। ਹੁਣ ਜੇ ਆਪਾਂ ਗੱਲ ਕਰੀਏ ਭੰਗੜੇ ਦੀ, ਭੰਗੜਾ ਹੁਣ ਸਿਆਲਕੋਟ ਦੇ ਏਰੀਏ 'ਚ ਜ਼ਿਆਦਾ ਪੈਂਦਾ ਸੀ ਪਹਿਲਾਂ, ਪਾਰਟੀਸ਼ਨ ਤੋਂ ਪਹਿਲਾਂ ਜੀ। ਸਿਆਲਕੋਟ, ਡੇਰਾ ਬਾਬਾ ਨਾਨਕ, ਇਹ ਵਾਲੇ ਏਰੀਏ 'ਚ ਸੀਗਾ, ਤੇ ਹੌਲੀ-ਹੌਲੀ ਫਿਰ ਜਦੋਂ ਮਾਈਗ੍ਰੇਟ ਹੋ ਗਏ, ਸੁਨਾਮ ਦੀ ਧਰਤੀ ਤੋਂ ਸ਼ੁਰੂ ਹੋ ਗਏ, ਹੈ ਨਾ। ਫਿਰ ਇੱਧਰ ਜਲੰਧਰ ਏਰੀਏ 'ਚ ਆਪਣਾ ਸੀਗਾ, ਅੰਮ੍ਰਿਤਸਰ ਏਰੀਏ ਦਾ ਆਪਣਾ ਨਾਚ ਨੱਚਿਆ ਜਾਂਦਾ ਸੀ, ਉਹ ਹੌਲੀ-ਹੌਲੀ ਆਪਣਾ ਵੀ ਸ਼ੁਰੂ ਹੋ ਗਿਆ। ਝੂਮਰ ਹੋ ਗਿਆ, ਝੂਮਰ ਪਹਿਲਾਂ ਫਿਰ ਫਾਜ਼ਿਲਕਾ ਦੇ ਏਰੀਏ 'ਚ ਜ਼ਿਆਦਾ ਆਇਆ, ਜਿੱਥੇ ਬਾਬਾ ਪੋਖਰ ਜੀ ਉਹਨਾਂ ਨੇ ਆਪਣੇ ਢਾਣੀਆਂ ਤੋਂ ਸ਼ੁਰੂ ਕੀਤਾ, ਕਿਉਂਕਿ ਉਹ ਬੈਠੇ ਹੀ ਬਾਰਡਰ ਦੇ ਨੇੜੇ ਸੀ। ਕਿਉਂਕਿ ਉਸ ਟਾਈਮ ਇਹ ਨਹੀਂ ਸੀ ਪਤਾ ਵੀ ਦੇਖੋ 5 ਸਾਲਾਂ ਨੂੰ ਖੁੱਲ੍ਹ ਜੇ 10 ਸਾਲਾਂ ਨੂੰ, ਉਸ ਟਾਈਮ ਇਹ ਨਹੀਂ ਸੀ ਪਤਾ ਵੀ ਪੱਕਾ ਹੀ ਬਾਰਡਰ ਲੱਗ ਜਾਣਾ। ਹੌਲੀ-ਹੌਲੀ ਰਿਵਾਈਵ ਹੁੰਦਾ ਗਿਆ, ਮਤਲਬ ਜਿੰਨੇ ਕੁ ਡਾਂਸਿਸ ਆਪਣੇ ਪੰਜਾਬ ਦੇ ਵਿੱਚ ਰਿਵਾਈਵ ਹੋਏ ਆ, ਉਹ 1960 ਤੋਂ ਦੌਰ ਸ਼ੁਰੂ ਹੋਇਆ। ਹੌਲੀ-ਹੌਲੀ ਪਹਿਲਾਂ ਕੰਮ ਸ਼ੁਰੂ ਹੋ ਗਿਆ ਸੀ, 55 ਜਾਂ 54 ਤੋਂ ਕੰਮ ਸ਼ੁਰੂ ਹੋ ਗਿਆ ਸੀ, 60 ਤੋਂ ਬਾਅਦ ਪ੍ਰੋਪਰ ਔਨ ਸਟੇਜ ਰਿਵਾਈਵ ਸ਼ੁਰੂ ਹੋ ਗਿਆ। ਹੁਣ ਲਹਿੰਦੇ ਦੀ ਗੱਲ ਕਰੀਏ, ਇਸ ਟਾਈਮ ਦਾ ਪਾਕਿਸਤਾਨ ਕਹਿ ਲਈ ਆਪਾਂ, ਉੱਥੇ ਹੁਣ ਵੀ ਪਿੰਡਾਂ ਦੇ ਵਿੱਚ ਹੀ ਨਾਚ ਨੱਚਿਆ ਜਾਂਦਾ, ਉਹ ਔਨ ਸਟੇਜ ਨਹੀਂ ਆਏ। ਉਸ ਚੀਜ਼ ਕਰਕੇ ਉਹ ਚੀਜ਼ ਜਿਹੜੀ ਓਰੀਜਨੈਲਿਟੀ ਹੈ ਉਹ ਹੁਣ ਵੀ ਬਰਕਰਾਰ ਹੈ। ਹੁਣ ਜਿਹੜੀ ਚੀਜ਼ ਨੂੰ ਆਪਾਂ ਇੱਕ ਘਰ ਦੇ ਪਿੰਡਾਂ ਚੋਂ ਚੱਕ ਕੇ ਆਪਾਂ ਸਟੇਜਾਂ ਤੇ ਲਿਆਵਾਂਗੇ ਤਾਂ 100 ਚੀਜ਼ ਆਪਾਂ ਨੂੰ ਚੇਂਜ ਕਰਨੀ ਪੈਂਦੀ ਹੈ। ਆਪਾਂ ਬਰਕਰਾਰ ਓਰੀਜਨੈਲਿਟੀ ਰੱਖਦੇ ਹਾਂ, ਲੇਕਿਨ ਔਨ ਸਟੇਜ ਆਪਾਂ ਨੂੰ ਉਹਦੀ ਕਿੰਨੀ ਬਣਤਰ ਚੇਂਜ ਕਰਨੀ ਪੈਂਦੀ ਹੈ। ਆਪਾਂ ਨੂੰ ਡਰੈਸਿਸ ਕਿਉਂ ਆਪਾਂ ਪ੍ਰਭਾਵਸ਼ਾਲੀ ਬਣਾਉਣਾ। ਮੈਂ ਬਾਈ ਜੀ ਇਹੀ ਗੱਲ ਕਰਨੀ ਸੀਗੀ, ਕਿਉਂਕਿ ਪੂਜਾ ਜੀ ਦੇਖਿਆ ਜਾਵੇ ਕਿ ਭੰਗੜੇ ਦੇ ਵਿੱਚ ਡਰੈਸ ਹੋਰ ਹੁੰਦੀ ਆ, ਤੁਸੀਂ ਲੁੱਡੀ ਪਰਫਾਰਮ ਕੀਤੀ ਸੀ, ਉਹਦੇ ਵਿੱਚ ਡਰੈਸ ਹੋਰ ਹੁੰਦੀ ਆ। ਇਹ ਡਰੈਸ ਦਾ ਜਿਹਦਾ ਭੰਗੜੇ ਦੇ ਨਾਲ ਨਾਚ ਦੇ ਨਾਲ ਕਿੱਦਾਂ ਇਹ ਬਣਤਰ ਹੁੰਦੀ ਆ? ਡਰੈਸਿਸ ਦਾ ਇਹ ਦੇਖੋ, ਹੁਣ ਦੇਖੋ 10 ਕੋਹ ਤੇ ਬੋਲੀ ਬਦਲ ਜਾਂਦੀ ਹੈ, ਤਾਂ 10 ਕੋਹ ਤੇ ਆਪਣੇ ਪਹਿਰਾਵੇ 'ਚ ਵੀ ਤਾਂ ਬਦਲਾਅ ਆਊਗਾ। ਹੁਣ ਭੰਗੜਾ ਇੱਕ ਅਲੱਗ ਨਾਚ ਹੈ, ਲੁੱਡੀ ਇੱਕ ਅਲੱਗ ਨਾਚ ਹੈ, ਠੀਕ ਹੈ। ਲੁੱਡੀ ਝੰਗ ਦੇ ਏਰੀਏ 'ਚ ਉੱਠੀ ਹੋਈ ਹੈ, ਮੁਲਤਾਨ ਦੇ ਏਰੀਏ 'ਚ ਉੱਠੀ ਹੋਈ ਹੈ। ਉੱਥੇ ਦੇ ਜੋ ਲੋਕੀ ਪਹਿਰਾਵਾ ਪਾਉਂਦੇ ਸੀ ਉਹ
ਲੁੱਡੀ ਦੇ ਵਿੱਚ ਪਾਇਆ ਜਾਂਦਾ ਹੈ। ਭੰਗੜੇ ਦਾ ਇੱਕ ਅਲੱਗ ਹੈ। ਭੰਗੜੇ ਦਾ ਹੁਣ ਜੇ ਸ਼ੁਰੂਆਤੀ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਇੱਕ ਕੁੜਤਾ ਤੇ ਚਾਦਰਾ ਹੁੰਦਾ ਸੀ, ਜੈਕਟ ਕਿਸੇ ਕਿਸੇ ਦੀ ਹੁੰਦੀ ਸੀ, ਟਾਮੀ ਟਾਮੀ ਹੁੰਦੀ ਸੀ, ਬਟ ਹੁਣ ਦੇਖਿਆ ਜਾਵੇ ਸਟੇਜ ਤੇ ਸਾਰਿਆਂ ਦੇ ਜੈਕਟ ਹੈ। ਠੀਕ ਹੈ, ਫਿਰ ਭੰਗੜੇ ਦਾ ਕੀ ਹੋਇਆ ਵੀ ਮੁੰਡੇ ਲੰਬੇ ਲੰਜੇ ਹੋਣੇ ਚਾਹੀਦੇ ਆ, ਜੁੱਸੇ ਲੰਬੇ ਹੋਣੇ ਚਾਹੀਦੇ, ਇਦਾਂ ਨਾ ਕਹੋ, ਮੈਨੂੰ ਹੋਰ ਤਰ੍ਹਾਂ ਹੁੰਦੀ ਆ। ਤੇ ਫਿਰ ਉਹ ਪੱਗਾਂ ਦੇ ਤੁਰਲੇ ਜੀ ਵੱਡੇ ਕਰਨੇ ਸ਼ੁਰੂ ਕਰਤੇ। ਪਹਿਲਾਂ ਤੁਰਲੇ ਨਹੀਂ ਸੀ ਹੁੰਦੇ, ਪਹਿਲਾਂ ਇਹ ਹੁੰਦਾ ਸੀ ਕਿਸੇ ਦੇ ਸਾਈਡ ਸ਼ਮਲਾ ਛੱਡਿਆ ਹੁੰਦਾ ਸੀ, ਲਾੜ ਛੱਡਿਆ ਹੁੰਦਾ ਸੀ, ਅਲੱਗ-ਅਲੱਗ ਹੁੰਦਾ ਸੀ, ਜਿਹੜੀ ਜਿਹਨੂੰ ਫੱਬਦੀ ਸੀ ਉਹ ਬੰਨਦਾ ਸੀ। ਹੁਣ ਉਹ ਜਦੋਂ ਸਟੇਜਾਂ ਤੇ ਆ ਜਾਂਦੇ ਤਾਂ ਆਪਾਂ ਨੂੰ ਚੇਂਜ ਕਰਨਾ ਪੈਂਦਾ, ਇੱਕ ਸਿਮੈਟਰੀ ਬਣਾਉਣੀ ਪੈਂਦੀ ਹੈ। ਸੋ ਉਹ ਚੀਜ਼ ਦਾ ਫਰਕ ਰਹਿੰਦਾ। ਜਦੋਂ ਆਪਾਂ ਪਿੜਾਂ ਚੋਂ ਕੱਢ ਕੇ ਔਨ ਸਟੇਜ ਆਵਾਂਗੇ ਤਾਂ ਫਰਕ ਤਾਂ ਰਹੂਗਾ। ਹੁਣ ਤੁਸੀਂ ਗੱਲ ਕਰ ਰਹੇ ਲਹਿੰਦੇ ਵੱਲ ਜ਼ਿਆਦਾ ਹੈ, ਤਾਂ ਲਹਿੰਦੇ ਵੱਲ ਜ਼ਿਆਦਾ ਹੈ ਜੀ। ਉੱਥੇ ਆਪਣੇ ਵਾਂਗੂ ਹਜੇ ਕਲਚਰ ਸੈਂਟਰ ਨੇ ਨਹੀਂ ਬਣੇ। ਇੱਕ ਲਾਹੌਰ ਦੇ ਵਿੱਚ ਹੈ, ਇੱਕ ਪੇਸ਼ਾਵਰ ਦੇ ਵਿੱਚ ਹੈ, ਤੇ ਇੱਕ ਕਰਾਚੀ ਦੇ ਵਿੱਚ ਹੈ, ਜਿਹੜੇ ਮੇਨ ਕਲਚਰ ਸੈਂਟਰ ਮੰਨੇ ਜਾਂਦੇ ਆ। ਤੇ ਉੱਥੇ ਵੀ ਪਿਛਲੇ ਕਾਫੀ ਟਾਈਮ ਤੋਂ ਕੰਮ ਨਹੀਂ ਹੋ ਪਾ ਰਿਹਾ, ਜਿਹੜਾ ਮੈਂ ਦੇਖਿਆ। ਕੀ ਪਤਾ ਉੱਥੇ ਹੁੰਦਾ ਹੋਵੇ, ਮੈਨੂੰ ਨਹੀਂ ਇੰਨਾ ਪਤਾ, ਲੇਕਿਨ ਜਿੰਨਾ ਕੁ ਮੇਰੀ ਨਿਗਾਹ 'ਚ ਉੱਥੇ ਇੰਨਾ ਕੰਮ ਨਹੀਂ ਹੈ। ਪਿੱਛੇ ਜੇ ਫੈਸਟੀਵਲ ਰਿਵਾਈਵ ਹੋਣੇ ਸ਼ੁਰੂ ਹੋਏ ਆ ਵੀ ਫੋਕ ਡਾਂਸਿਸ ਨੂੰ ਉੱਪਰ ਔਨ ਸਟੇਜ ਲਿਆਇਆ ਜਾਵੇ, ਲੇਕਿਨ ਉਹ ਲੋਕੀ ਪਿੜਾਂ ਦੇ ਵਿੱਚ ਨੱਚ ਕੇ ਹੀ ਖੁਸ਼ ਹੈ। ਆਪਾਂ ਵੀ ਹੌਲੀ ਹੌਲੀ ਸਟੇਜਾਂ ਦੇ ਨਾਲ ਨਾਲ ਪਿੜਾਂ ਤੇ ਜੇ ਸ਼ੁਰੂ ਕਰ ਲਈਏ ਨਾ ਕੰਮ ਅੱਗੇ ਆਊਗਾ। ਕੀ ਬਾਤ। ਦੇਖੋ 1 ਐਕਟ ਪਲੇ ਹੈ, ਫੈਸਟੀਵਲਸ ਦੇ ਵਿੱਚ ਹੁੰਦਾ, ਸਟੇਜਿਸ ਤੇ ਕੀਤਾ ਜਾਂਦਾ, ਉਹਦੇ ਨਾਲ ਨਾਲ ਨੁੱਕੜ ਨਾਟਕ ਵੀ ਤਾਂ ਹੁੰਦਾ। ਬਿਲਕੁਲ। ਉਹ ਚੀਜ਼ ਆਪਾਂ ਭੰਗੜੇ ਤੇ ਗਿੱਧੇ ਨਾਲ ਕਿਉਂ ਨਹੀਂ ਕਰ ਰਹੇ? ਹੁਣ ਟਾਈਮ ਦੇ ਨਾਲ ਦੇਖੋ ਸਭ ਕੁਝ ਚੇਂਜ ਹੋਊਗਾ। ਹਜੇ ਲੋਕੀ ਕਹਿ ਦਿੰਦੇ ਭੰਗੜਾ ਖਤਮ ਹੋ ਗਿਆ ਜੀ, ਭੰਗੜਾ ਮਰ ਗਿਆ, ਕੁਝ ਨਹੀਂ ਹੋਇਆ। ਹਜੇ ਤਾਂ ਜੰਮਣ ਦੀ ਉਮਰ ਚਾਹੇ, ਹਜੇ ਤਾਂ ਜੰਮਿਆ ਨਿਆਣਾ, ਹਜੇ ਤਾਂ ਇਹਨੇ ਬਹੁਤ ਜਵਾਨੀ ਹੰਡਾਉਣੀ ਹੈ। ਵਾਹ ਵਾਹ, ਕੀ ਬਾਤ। ਬਾਈ ਜੀ ਹੁਣ ਤੁਸੀਂ ਇੱਕ ਕਿਤਾਬ ਲਿਖੀ ਸਾਂਝੇ ਪੰਜਾਬ ਦੇ ਲੋਕ ਨਾਚ, ਹੁਣ ਜੇ ਆਪਾਂ ਅੱਗੇ ਗੱਲ ਕਰੀਏ ਕਿ ਕੋਈ ਅਗਲੀ ਕਿਤਾਬ ਵੀ ਆ ਰਹੀ ਹੈ? ਹਾਂਜੀ ਬਾਈ, ਮੈਂ ਕੰਮ ਕਰ ਰਿਹਾ, 2 ਕਿਤਾਬਾਂ ਦੇ ਕੰਮ ਚੱਲ ਰਿਹਾ, ਤੇ ਉਹ ਮਤਲਬ ਫੋਕ ਡਾਂਸਿਸ ਤੇ ਨਹੀਂ ਹੈਗੀਆਂ, ਹੋਰ ਕਲਚਰ ਦੇ ਫੀਲਡ ਤੇ ਆ। ਮੈਨੂੰ ਇਹ ਹੈ ਵੀ ਮੈਂ ਜਿਹੜਾ ਵੀ ਫੀਲਡ ਚੱਕਾਂ ਉਹਦੇ ਵਿੱਚੋਂ ਹੌਲੀ ਹੌਲੀ ਜਿੰਨਾ ਵੀ ਉਹਦਾ ਕੰਮ ਇਕੱਠਾ ਕਰ ਸਕਦਾ ਮੈਂ ਇਕੱਠਾ ਕਰ ਲਾਂ, ਹੈ ਨਾ। ਕੋਈ ਵੀ ਹੁਣ ਲੋਕ ਨਾਚਾਂ ਦਾ ਕੰਮ ਕੀਤਾ, ਲੋਕ ਨਾਚਾਂ ਦੇ ਵਿੱਚ 42 ਲੋਕ ਨਾਚ ਇਕੱਠੇ ਕਰਤੇ ਜੀ, ਹੈ ਨਾ। ਮੈਂ ਕਹਿੰਦਾ ਵੀ ਕੋਈ ਹੋਰ ਰਿਸਰਚ ਕਰੇ, 42 ਤੋਂ ਅੱਗੇ ਵੀ ਲੈ ਕੇ ਆਵੇ, ਜਿਹੜੇ ਜਿੱਥੇ ਤੱਕ ਮੈਂ ਨਹੀਂ ਪਹੁੰਚ ਸਕਿਆ, ਮੇਰੀ ਪਹੁੰਚ ਨਹੀਂ ਹੋਈ, ਉਹ ਵੀ ਉੱਥੇ ਤੱਕ ਪਹੁੰਚਣ। ਜੇ ਬਾਕੀ ਹੋਰ ਅਲੱਗ-ਅਲੱਗ ਫੀਲਡ ਮੈਂ ਚੁਣੇ ਆ, ਹੋਪਫੁਲੀ ਛੇਤੀ ਹੀ ਉਹ ਵੀ ਤੁਹਾਡੇ ਅੱਗੇ ਥੋੜਾ ਜਿਹਾ ਦੱਸ ਸਕਦੇ ਵੀ ਕਿਹੜੀ ਫੀਲਡ ਵਿੱਚ ਕਿਤਾਬ ਆ ਰਹੀ ਹੈ? ਰੁਕ ਜਾਓ ਹਜੇ ਥੋੜੀ ਦੇਰ, ਇਕੱਠੇ ਹੀ ਕਰਾਂਗੇ, ਡਿਸਕਲੋਜ਼ ਕਰਾਂਗੇ, ਕੋਈ ਚੱਕਰ ਨਹੀਂ। ਤੇ ਹੁਣ ਗੱਲ ਕਰਦੇ ਹਾਂ ਕਿ ਫਿਊਚਰ ਪਲਾਨਸ ਦੀ, ਕਿ ਭੰਗੜੇ ਨੂੰ ਲੈ ਕੇ ਜਾਂ ਫਿਰ ਗਿੱਧੇ ਨੂੰ ਲੈ ਕੇ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਸੀ ਪਿੱਛੇ ਕਿ ਕੁੜੀਆਂ ਦਾ ਵੀ ਇੱਕ ਮਲਵਈ ਗਿੱਧਾ ਸ਼ਾਇਦ ਤੁਸੀਂ ਰਿਕਾਰਡ ਬਣਾਉਣ ਦੀ ਤਿਆਰੀ ਵਿੱਚ ਸੀਗੇ, ਉਹ ਰਿਕਾਰਡ ਬਣ ਚੁੱਕਿਆ? ਨਹੀਂ, ਕੁੜੀਆਂ ਦਾ ਮਲਵਈ ਗਿੱਧਾ ਨਹੀਂ, ਮੁੰਡਿਆਂ ਦਾ ਹੀ ਮਲਵਈ ਗਿੱਧਾ ਮੁੰਡਿਆਂ ਦਾ ਹੀ ਹੈ, ਤੇ ਰਿਕਾਰਡ ਤਾਂ ਸਿਰੇ ਚੜ੍ਹ ਚੁੱਕੇ ਆ। ਕਿਸਾਨਾਂ ਕਰਕੇ ਹਜੇ ਅਸੀਂ ਡਿਸਕਲੋਜ਼ ਨਹੀਂ ਕਰ ਰਹੇ, ਜਦੋਂ ਤੱਕ ਕਿਸਾਨ ਪ੍ਰੋਟੈਸਟ ਨਹੀਂ ਸਿਰੇ ਚੜ੍ਹਦਾ, ਤੇ ਉਦੋਂ ਤੱਕ ਦੇਖੋ ਦਿਲ ਵੀ ਨਹੀਂ ਕਰਦਾ। ਸਾਡੀ ਵੀ ਟੀਮ, ਅਸੀਂ ਵਾਰੀਆਂ ਵੰਡੀਆਂ ਹੋਈਆਂ, ਅਸੀਂ ਹੌਲੀ ਹੌਲੀ ਉੱਥੇ ਧਰਨਿਆਂ ਤੇ ਜਾਂਦੇ ਹਾਂ, ਆਪਣਾ ਵੀ ਰਾਬਤਾ ਹੋਇਆ ਸੀ ਉੱਥੇ, ਹੈ ਨਾ। ਤੇ ਸਾਡੇ ਵੱਲੋਂ ਹੁਣ ਇੱਥੇ ਵੀ ਜੌਬਸ ਚੱਲ ਰਹੀਆਂ ਕਈਆਂ ਦੀਆਂ ਜਾਂ ਕੁਝ ਵੀ ਹੈ, ਵਾਰੀਆਂ ਵੰਡੀਆਂ ਹੋਈਆਂ, ਜਿਹਦਾ ਟਾਈਮ ਲੱਗਦਾ ਉੱਥੇ ਜਾ ਕੇ ਆਪਣੀ ਹਾਜ਼ਰੀ ਜ਼ਰੂਰ ਉੱਥੇ ਜਾ ਕੇ ਲਾਉਣੀ। ਹਾਂ, ਇਸ ਟਾਈਮ ਵੀ ਸਾਡੇ 3 ਜਣੇ ਉੱਥੇ ਬੈਠੇ ਆ, 2 ਜਣੇ ਟਿੱਕਰੀ ਤੇ ਤੇ ਇੱਕ ਸਿੰਘੂ ਬਾਰਡਰ ਤੇ, ਮਤਲਬ ਲਗਾਤਾਰ ਸੇਵਾ ਨਿਭਾ ਰਹੇ ਹੋ ਉੱਥੇ। ਅੱਛਾ, ਮੈਂ ਇੱਕ ਪਰਸਨਲ ਸਵਾਲ ਪੁੱਛਣਾ ਚਾਹੂੰਗਾ ਤੁਹਾਡੀ ਲੁੱਕ ਨੂੰ ਲੈ ਕੇ। ਮੁੱਛਾਂ ਨਾ ਘੈਂਟ ਆ, ਲੁੱਕ ਵੀ ਘੈਂਟ ਆ। ਕਦੀ ਟਰਾਈ ਕੀਤੀ ਤੁਸੀਂ ਗਾਣਿਆਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ? ਨਹੀਂ ਭਾਜੀ, ਮੈਨੂੰ ਔਨ ਸਕਰੀਨ ਕਹਿ ਲਓ ਦਿਲੋਂ ਹੀ ਮੈਂ ਉਹ ਨਹੀਂ ਚਾਹੁੰਦਾ, ਮੇਰਾ ਸ਼ੌਂਕ ਜਾਂ ਨਹੀਂ ਹੈਗਾ ਕਹਿ ਲਓ, ਤੇ ਮੈਨੂੰ ਇੱਧਰ ਨੂੰ ਜ਼ਿਆਦਾ ਸਵਾਦ ਆਉਂਦਾ ਸੀ। ਕਦੀ ਆਫਰ ਆਈਆਂ, ਬਟ ਨਹੀਂ, ਦਿਲ ਜਾਂ ਨਹੀਂ ਹੈਗਾ ਉਹ ਚੀਜ਼ ਦਾ। ਇੱਕ ਹੁੰਦਾ ਨਾ ਵੀ ਆਪਣੇ ਆਪ 'ਚ ਰਹਿ ਕੇ ਖੁੱਲ੍ਹਾ ਜਿਹਾ ਕੰਮ ਕਰਨਾ, ਬੰਦਿਸ਼ 'ਚ ਨਹੀਂ ਰਹਿਣਾ। ਸੋ ਇੱਕ ਕਲਾਕਾਰ ਹੋਵੇ, ਇੱਕ ਲਿਖਾਰੀ ਹੋਵੇ, ਕਹਿੰਦੇ ਬੰਦਿਸ਼ 'ਚ ਨਹੀਂ ਰਹਿ ਸਕਦਾ। ਜਦ ਤੱਕ ਉਹ ਆਪਣੇ ਖੁੱਲ੍ਹ ਕੇ ਨਹੀਂ ਲਿਖੂਗਾ ਜਾਂ ਖੁੱਲ੍ਹ ਕੇ ਕੰਮ ਨਹੀਂ ਕਰੂਗਾ, ਨਹੀਂ ਕਰ ਸਕਦਾ। ਸੋ ਉੱਧਰ ਨੂੰ ਹਜੇ ਸਬੱਬ ਨਹੀਂ ਬਣਿਆ, ਜਾਂ ਕਹਿ ਲਓ ਵੀ ਰੱਬ ਵੱਲੋਂ ਹਜੇ ਗ੍ਰੀਨ ਸਿਗਨਲ ਨਹੀਂ ਮਿਲੇ। ਉਹਦਾ ਅੰਦਰੋਂ ਬਿਲਕੁਲ ਨਹੀਂ ਇੱਦਾਂ ਹੈ? ਨਹੀਂ, ਹਜੇ ਤੱਕ ਤਾਂ ਨਹੀਂ ਹੈ, ਅੱਗੇ ਦੇਖੋ ਰੱਬ ਵੱਲੋਂ ਕੀ ਰੰਗ ਦਿਖਾਉਂਦਾ। ਤੇ ਮਤਲਬ ਇਸ ਭੰਗੜੇ ਦੇ ਬੇਸ ਦੇ ਉੱਤੇ, ਕਿਉਂਕਿ ਭੰਗੜੇ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ, ਜੋ ਅੱਜ ਨਾਮ ਕਮਾਇਆ ਉਹ ਭੰਗੜੇ ਤੋਂ ਹੀ ਕਮਾਇਆ ਤੁਸੀਂ, ਹੈ ਨਾ। ਤੇ ਭੰਗੜੇ ਦੇ ਦੁਆਰਾ ਤੁਹਾਨੂੰ ਕਿਤੇ ਬਾਹਰਲੇ ਮੁਲਕ ਦਾ ਜਾਣ ਦਾ ਮੌਕਾ ਮਿਲਿਆ ਹੋਵੇ? ਭੰਗੜੇ ਦੇ ਸਿਰ ਤੇ ਜੀ ਮੈਂ 6-7 ਵਾਰੀ ਇੰਡੀਆ ਦੇ ਰਿਪਰੈਜ਼ੈਂਟ ਕਰ ਚੁੱਕੇ ਹਾਂ, ਫੋਕ ਡਾਂਸਿਸ ਨੂੰ ਇੰਟਰਨੈਸ਼ਨਲ ਲੈਵਲ ਤੇ ਮੈਂ ਲੈ ਕੇ ਜਾ ਚੁੱਕੇ ਹਾਂ। ਜ਼ਿਆਦਾ ਮੈਂ ਯੂਰਪ ਦੇ ਵਿੱਚ, ਏਸ਼ੀਆ ਦੇ ਵਿੱਚ ਤੇ ਰਸ਼ੀਆ ਦੇ ਵਿੱਚ ਮੈਂ ਗਿਆ, ਤੇ ਲਾਸਟ ਈਅਰ ਕੈਨੇਡਾ ਤੇ ਅਮਰੀਕਾ ਦਾ ਵੀ ਸੀਗਾ, ਵੀ ਉੱਥੇ ਵੀ ਹੈ ਨਾ ਪ੍ਰਮੋਟ ਕਰਾਂਗੇ, ਲੇਕਿਨ ਕੋਵਿਡ ਕਰਕੇ ਪਤਾ ਹੀ ਸਾਰਾ। ਹੁਣ ਅੱਗੇ ਵੀ ਇਸੇ ਤਰ੍ਹਾਂ ਪ੍ਰਮੋਟ ਤਾਂ ਚੱਲਦਾ ਹੀ ਰਹੂਗਾ,
ਬਟ ਇੱਕ ਹੋਰ 2-4 ਨਵੀਆਂ ਚੀਜ਼ਾਂ ਜੋ ਉੱਥੋਂ ਮੈਂ ਕਲਚਰ ਸੈਂਟਰ ਤੋਂ ਸਿੱਖ ਕੇ ਆਇਆ ਜਾਂ ਬਾਹਰਲਿਆਂ ਤੋਂ, ਕਿਉਂਕਿ ਦੇਖੋ ਉਹ ਆਪਣੇ ਤੋਂ ਪੁਰਾਣੀ ਥੋੜੀ ਜੀ ਚੱਲ ਰਿਹਾ, ਕੌਮ ਪੁਰਾਣੀ ਹੈ ਆਪਣੇ ਤੋਂ, ਹੈ ਨਾ, ਆਪਣੀ 400-500 ਸਾਲ ਤੋਂ ਚੱਲ ਰਹੀ ਹੈ ਸਿੱਖੀਜ਼ਮ, ਉਹ ਆਪਣੇ ਤੋਂ ਕਾਫੀ ਪੁਰਾਣੀ। ਸੋ ਉਹਨਾਂ ਤੋਂ ਜੋ ਉਹਨਾਂ ਦੇ ਤੱਤ ਕੱਢੇ ਹੋਏ ਆ, ਉਹ ਮੈਂ ਹੌਲੀ-ਹੌਲੀ ਇੱਧਰ ਵੀ ਸ਼ੁਰੂ ਕਰੂੰਗਾ ਵੀ ਆਪਾਂ ਵੀ ਹੋਰ ਰਿਵਾਈਵ ਹੋ ਸਕੀਏ ਜੀ। ਤੇ ਬਾਈ ਜੀ ਹੁਣ ਸਮਾਂ ਜਿਹੜਾ ਜਾਣ ਦਾ ਹੋ ਗਿਆ, ਪਰ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਦਰਸ਼ਕਾਂ ਦਾ ਮੇਰੇ ਸਾਰੇ ਵੱਡੇ ਹੀ ਆ, ਇੱਕੋ ਆਹੀ ਗੱਲ ਕਹਿਣਾ ਚਾਹੁੰਦਾ ਵੀ ਜੋ ਆਪਣੇ ਕਲਚਰ ਦੀਆਂ ਜੜ੍ਹਾਂ ਉਹਨਾਂ ਨੂੰ ਸਾਂਭ ਕੇ ਰੱਖੋ ਤੇ ਆਪਣੀ ਧੀਆਂ ਨੂੰ, ਆਪਣੀਆਂ ਭੈਣਾਂ ਨੂੰ ਇਹਨਾਂ ਕਲਚਰ ਦੇ ਨਾਲ ਜ਼ਿਆਦਾ ਜੋੜੋ, ਕਿਉਂਕਿ ਜ਼ਿਆਦਾ ਉਹਨਾਂ ਨੇ ਸਾਂਭਣਾ। ਮਰਦ ਹਮੇਸ਼ਾ ਖੇਤਾਂ ਦੇ ਵਿੱਚ ਜਾਂ ਕੰਮਾਂ ਕਾਰਾਂ ਦੇ ਵਿੱਚ ਹੀ ਰਹਿੰਦੇ ਸੀ, ਧੀਆਣੀਆਂ ਜ਼ਿਆਦਾ ਸਾਂਭਦੀਆਂ ਇਹ ਚੀਜ਼ਾਂ ਨੂੰ, ਰਵਾਇਤਾਂ ਨੂੰ। ਸੋ ਉਹਨਾਂ ਨੂੰ ਜ਼ਿਆਦਾ ਜੋੜੋ, ਕਲਚਰ ਆਪਣੇ ਆਪ ਹੀ ਸਾਂਭਿਆ ਜਾਣਾ। ਵਾਹ, ਬਹੁਤ ਸੋਹਣੀ ਗੱਲ ਆਖੀ ਹੈ। ਤੇ ਇਹਦੇ ਨਾਲ ਹੀ ਇਹ ਪ੍ਰੋਗਰਾਮ ਹੁਣ ਇੱਥੇ ਅਸੀਂ ਖਤਮ ਕਰਦੇ ਹਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਆਏ ਹੋ ਔਰ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ। ਜੀ ਥੈਂਕ ਯੂ, ਬਹੁਤ-ਬਹੁਤ ਧੰਨਵਾਦ ਤੁਹਾਡਾ। ਸੋ ਇਸੇ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਐਪੀਸੋਡ ਦੇ ਵਿੱਚ ਇੱਕ ਨਵੇਂ ਚਿਹਰੇ ਦੇ ਨਾਲ ਫਿਰ ਤੋਂ ਮੁਲਾਕਾਤ ਹੋਵੇਗੀ ਤੇ ਉਦੋਂ ਤੱਕ ਦੇ ਲਈ ਤੁਸੀਂ ਸਾਡਾ ਪੰਜਾਬੀ ਨੈਸ਼ਨਲ ਟੀਵੀ ਦਾ YouTube ਚੈਨਲ ਤੇ Facebook ਪੇਜ ਲਾਈਕ ਕਰਨਾ ਨਹੀਂ ਭੁੱਲਣਾ। ਤੇ ਹੁਣ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮਾਨ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।